ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਪਰਮ ਸਨਮਾਨ ਆਵਰ ਸਾਹਿਬ ਕਮਾਲ बारगाहे इनायत के मालक, कलयुगी जीवों के उद्धार करता, साहिबे सहाबा जोत रूप हर आप, महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमई इनायतमई श्री चरण कमलों च विराजमान गुरु प्यारी साध संगत, गुरुदेव जी की महान इनायत का सदका साढ़े सारियां दे सिर ते मेहरमतमई रखे हथ का सदका जीवन का अज का दिन भी प्राप्त होया और इस नवें दिन की जो नवें जन्म समान है इस शाम अजीज़ुल नवाज गनीमुल खराज पातशाह श्री गुरु गोबिंद सिंह महाराज जी दे पावन चरण कमलों की बख्शिश दे मेहरामत दे काक दे नामकरण का सुभाग बनया। गुरु मेहर सदका आप जी ने सोदर चौंकी दे कीर्तन हर कीरत हमरी रह रास आरती अरदास ते फिर साहिब जी दे हुक्मनामे खास आप जी ने झोली विच पाए हन। जो नर दुख में दुख नहीं मानै, सुख स्नेवर भै नहीं जाकै कंचन माटी मानै। ते महान अवस्था प्राप्त होंदी है गुर कृपा जिह नर को कीनी, ते एह जगत जुगत पछानी। नानक लीन पयो गोबिंद स्यों ज्यों पानी संग पानी। आप जी ने पावन बचन सरवण कीते हैं। कुछ समा होर साहिबे कमाल पार ब्रह्म परमेश्वर जोत आप नारायण कला तार जग मह परवरियो। निरंकार आकार जोत जग मंडल करियो। गुरु नानक आमदो निरंजन स्वरूप हो माना, निरंजन निरंकार रूप। गुरु नानक आमदो नारायण स्वरूप हो माना, निरंजन निरंकार रूप। गुरु नानक देव महाराज जी दे पावन 482 साला ज्योति जोत दिवस जो 1 अक्तूबर नूं आ रहे हैं, उस दे संबंध विच महाराज जी दे कोल किवें संगतां जुड़ियां। जिस नूं पता लग्या कि महाराज जी ने बचन कर दिता है असीं हुण समा जाना है, दूर दराज तो पहुँच के श्री करतारपुर दर्शन किया। वो सारी विचार 5 दिन 6 दिन लगातार चलेगी, अज तो लैके 1 अक्तूबर तक। उस तो बाद जो लड़ीवार कथा है गुरु हरगोबिंद साहिब महाराज जी की, वो 2 अक्तूबर तो फिर वो प्रारंभ हो जाएगी। गुरु सर दा सारा जंग कासम बेग, काबल बेग, लला बेग आदਿਕ शाहजहान दे सूरमियां दा जो वध होया, वो आप 2 तारीख तो फिर कंटीन्यूसली लगातार सरवण करोगे।
ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਕੁਝ ਐਸੇ ਗੁਰਪੁਰਬ ਮਨਾਏ ਜਾਂਦੇ ਨੇ, ਭਾਵੇਂ ਸਾਰੇ ਹੀ ਗੁਰਪੁਰਬ ਇੱਥੇ ਮਨਾਏ ਜਾਂਦੇ ਨੇ, ਪਰ ਖਾਸ ਜਿਵੇਂ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ, ਉਹਨਾਂ ਦਾ ਜੋਤੀ ਜੋਤ, ਖਾਲਸਾ ਸਾਜਨਾ ਦਿਵਸ, ਵੈਸਾਖੀ ਪਰਬ, ਪੋਸ ਦੀ 7ਵੀਂ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ, ਇਹਨਾਂ ਪੁਰਬਾਂ 'ਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਆਦਿਕ ਇਹਨਾਂ ਗੁਰਪੁਰਬਾਂ 'ਤੇ ਫਿਰ ਕੁਝ ਦਿਨ ਪਹਿਲਾਂ ਸੰਬੰਧਿਤ ਗੁਰਪੁਰਬ ਦੇ ਕਥਾ ਪ੍ਰਾਰੰਭ ਹੋ ਜਾਂਦੀ ਹੈ। ਇਸ ਲਈ ਆਪ ਜੀ ਦੀ ਗਿਆਤ ਹਿਤ ਅਰਜ਼ ਕੀਤਾ ਹੈ ਬਈ ਤੁਹਾਨੂੰ ਇੰਝ ਨਾ ਲੱਗੇ ਬਈ ਕਥਾ ਵਿੱਚ ਹੀ ਛੱਡ ਕੇ ਤੇ ਇੱਧਰ ਸ਼ੁਰੂ ਹੋ ਗਏ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੋਤੀ ਜੋਤ ਤੋਂ ਪਹਿਲਾਂ ਜੋ ਕਰਤਾਰਪੁਰ ਵਿੱਚ ਰੌਣਕਾਂ ਸੰਗਤਾਂ ਦੇ ਦੈਵੀ ਆਤਮਾਵਾਂ ਪਹੁੰਚ ਕੇ ਗੁਰੂ ਦਾ ਜਸ ਕਰਦੀਆਂ ਹਨ, ਉਹ ਸਾਰੀ ਵਿਚਾਰ ਸਰਵਣ ਕਰੀਏ ਪੇਸ਼ਤਰ। ਛੋਟੀ ਜਿਹੀ ਧਿਆਨ ਸਾਧਨਾ ਹੈ, ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ, ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਅੰਮ੍ਰਿਤ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਨੇ ਇੱਥੇ ਇੱਕ ਬਹੁਤ ਕੀਮਤੀ ਉਦਾਹਰਣ ਦਿੱਤੀ ਹੈ, ਸਰਵਣ ਕਰੀਏ। ਹਾਂਜੀ। ਦੋਹਰਾ ਅਹੰਗ ਬੀਜ ਮਮਤਾ ਸਿਫਾ, ਰਾਗ ਦਵੈਖ ਬੜ ਟਾਸ, ਜਗ ਦਲ ਦੁਖ ਸੁਖ ਫਲ ਲਗੇ, ਗੁਰ ਭਜ ਹੋਏ ਵਿਨਾਸ਼। ਮਹਾਰਾਜ ਜੀ ਦਾ ਇੱਕ ਬਚਨ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਨੇ ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਸੰਸਾਰ ਰੂਪੀ ਦਰਖਤ ਨੂੰ ਦੋ ਫਲ ਲੱਗੇ ਹੋਏ ਨੇ, ਉਹਦੇ ਵਿੱਚ ਵਿਸ਼ ਵੀ ਹੈ ਤੇ ਅੰਮ੍ਰਿਤ ਵੀ ਹੈ। ਕੁਝ ਜੀਵਨ ਸ਼ੈਲੀ ਐਸੀ ਜੋ ਜ਼ਹਿਰ ਸਮਾਨ ਹੈ, ਕੁਝ ਜੀਵਨ ਸ਼ੈਲੀ ਐਸੀ ਜੋ ਅੰਮ੍ਰਿਤ ਸਮਾਨ ਹੈ। ਸੰਸਾਰ ਵਿੱਚ ਤੁਹਾਨੂੰ ਦੋ ਤਰ੍ਹਾਂ ਦੀ ਜੀਵਨ ਸ਼ੈਲੀ ਵਾਲੇ ਲੋਕ ਮਿਲਣਗੇ। ਜ਼ਹਿਰ ਸਮਾਨ ਜੀਵਨ ਸ਼ੈਲੀ ਹੈ, ਜ਼ਹਿਰ ਸਮਾਨ ਜੀਵਨ ਦਾ ਢੰਗ ਹੈ, ਤਾਂ ਉਹਨਾਂ ਨਾਲ, ਐਸੇ ਲੋਕਾਂ ਨਾਲ ਕਿਤਨਾ ਹੀ ਭਲਾ ਕਰ ਲਵੋ ਉਹ ਬੁਰਾ ਹੀ ਕਰਨਗੇ, ਉਹ ਚੰਗਾ ਨਹੀਂ ਕਰਨਗੇ। ਕਿਤਨਾ ਹੀ ਭਲਾ ਕਰ ਲਵੋ, ਆਪਣਾ ਕਲੇਜਾ ਕੱਟ ਕੇ ਦੇ ਦੇਵੋ, ਪਰ ਉਹ ਭਲਾ ਨਹੀਂ ਕਰਨਗੇ, ਉਹ ਬੁਰਾ ਹੀ ਕਰਨਗੇ। ਜਿਵੇਂ ਸੱਪ ਨੂੰ ਦੁੱਧ ਪਿਆ ਲਓ, ਬੇਸ਼ੱਕ ਦੁੱਧ ਅੰਮ੍ਰਿਤ ਮੰਨਿਆ ਜਾਂਦਾ ਹੈ, ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ। ਸੱਪੀ ਦੁੱਧ ਪਿਆਈਏ ਬਿਖ ਮੂੰਹ ਥੀ ਸੱਟੈ, ਉਹਨੇ ਜ਼ਹਿਰ ਹੀ ਉਗਲਣਾ, ਉਹ ਤੁਹਾਨੂੰ ਦੁਬਾਰੇ ਘਿਓ ਨਹੀਂ ਦੇ ਦੇਵੇਗਾ। ਬਈ ਸੱਪ ਨੂੰ ਦੁੱਧ ਪਿਲਾਇਆ ਸੀ ਤੇ ਉਹਨੇ ਮੱਖਣ ਦਾ ਪੇੜਾ ਕੱਢ ਕੇ ਦੇ ਦਿੱਤਾ, ਉਹ ਤੁਹਾਨੂੰ ਜ਼ਹਿਰ ਹੀ ਦੇ ਦੇ। ਅੰਮ੍ਰਿਤ ਖੰਡ ਦੂਧ ਮਧੁ ਸੰਚਸ, ਤੂਮ ਨ ਚਾਤੁਰ ਰੇ। ਭਾਵੇਂ ਅੰਮ੍ਰਿਤ ਸਮਾਨ ਪਦਾਰਥ ਦੁੱਧ ਹੈ, ਖੰਡ ਪਾ ਕੇ ਉਸ ਵਿੱਚ ਉਸ ਨੂੰ ਮਿੱਠਾ ਬਣਾ ਕੇ, ਵਿੱਚ ਸ਼ਹਿਦ ਪਾ ਕੇ ਘੋਲ ਬਣਾ ਕੇ ਤੇ ਤੁਮੇ ਦੀ ਜੜ 'ਤੇ ਪਾ ਦੇਈਏ, ਜਲ ਦੀ ਜਗ੍ਹਾ ਉਹਨੂੰ ਦੁੱਧ ਪਾਈਏ, ਵਿੱਚ ਸ਼ਹਿਦ ਮਿਲਾ ਕੇ ਖੰਡ ਮਿਲਾ ਕੇ,
ਬਈ ਇਹ ਤੁੰਮਾ ਮਿੱਠਾ ਹੋ ਜਾਏਗਾ ਤੇ ਇਹ ਤਰਬੂਜ ਬਣ ਜਾਏ। ਇਹਦੀ ਜੜ ਵਿੱਚ ਸ਼ਹਿਦ ਪਾਉਂਦੇ ਆ, ਦੁੱਧ ਪਾਉਂਦੇ ਆ, ਮਿੱਠਾ ਖੰਡ ਪਾ ਕੇ ਮਿਲਾ ਕੇ ਪਾਉਂਦੇ ਆ। ਪਰ ਗੁਰੂ ਨਾਨਕ ਦੇਵ ਕਹਿੰਦੇ ਨੇ ਇਹ ਕੌੜਾ ਹੀ ਰਹੇਗਾ, ਇਹ ਮਿੱਠਾ ਨਹੀਂ ਹੋ ਸਕਦਾ, ਪਾ ਲਓ ਜਿਤਨਾ ਮਰਜ਼ੀ। ਅਕਿਰਤ ਘਣ ਲੋਕ ਕਦੀ ਬਦਲਦੇ ਨਹੀਂ ਆਉਂਦੇ, ਉਹਨਾਂ ਦੀ ਜੀਵਨ ਸ਼ੈਲੀ ਜ਼ਹਿਰ ਸਮਾਨ ਹੁੰਦੀ ਹੈ। ਉਹਨਾਂ ਨਾਲ ਕਿਤਨਾ ਹੀ ਸ਼ੁਭ ਕਰ ਲਓ ਫਿਰ ਉਹ ਬਦਲਦੇ ਥੋੜ੍ਹੀ ਨੇ। ਗੁਰੂ ਤੇਗ ਬਹਾਦਰ ਜੀ ਨੇ ਸੀਸ ਦੇ ਦਿੱਤਾ ਪਰ ਬਹੁਤ ਸਾਰੇ ਅਕਿਰਤ ਘਣ ਬਦਲੇ ਥੋੜ੍ਹੀ। ਗੁਰੂ ਅਰਜਨ ਦੇਵ ਜੀ ਨੇ ਲੋਹ ਤੇ ਸੜਦੀ ਹੋਈ ਤੇ ਚੌਕੜਾ ਲਗਾਇਆ, ਕੋਈ ਅਕਿਰਤ ਘਣ ਬਦਲ ਗਏ? ਨਹੀਂ ਬਦਲੇ। ਹੋਰ ਤੇ ਹੋਰ ਨੰਨੇ ਨੰਨੇ ਸਾਹਿਬਜ਼ਾਦਿਆਂ ਨੇ ਆਪਣਾ ਆਪਾ ਦੀਵਾਰਾਂ ਵਿੱਚ ਭੇਟ ਕਰ ਦਿੱਤਾ, ਕੋਈ ਅਕਿਰਤ ਕਣ ਬਦਲ ਗਏ ਨੇ? ਉਸ ਤਰ੍ਹਾਂ ਹੀ ਨੇ, ਨਹੀਂ ਬਦਲਦੇ। ਇਹ ਜ਼ਹਿਰੀਲੀ ਜੀਵਨ ਸ਼ੈਲੀ, ਇਹਦੇ ਨਾਲ ਅੰਮ੍ਰਿਤ ਜੀਵਨ ਸ਼ੈਲੀ ਹੈ। ਕੋਈ ਕਿਤਨਾ ਹੀ ਬੁਰਾ ਕਰ ਲਏ ਉਹ ਫਿਰ ਭਲਾ ਹੀ ਕਰਦੇ ਨੇ, ਉਹਨਾਂ ਕੋਲੋਂ ਬੁਰਾ ਨਹੀਂ ਆਉਂਦਾ। ਭਾਵੇਂ ਦੁਨੀਆ ਦੇ ਲੋਕ ਹਥਿਆਰ ਬੰਦ ਹੋ ਕੇ ਆਵਣ, ਬਈ ਮਾਰ ਦੇਣਾ ਛੱਡਣਾ ਨਹੀਂ, ਉਹ ਬਦਲਦੇ ਨਹੀਂ। ਉਹਨਾਂ ਦੀ ਜੀਵਨ ਸ਼ੈਲੀ ਅੰਮ੍ਰਿਤਮਈ ਹੋ ਗਈ। ਸਤਿਗੁਰੂ ਪਾਤਸ਼ਾਹ ਦੇ ਜੀਵਨ ਨੂੰ ਦੇਖੀਏ ਤਾਂ ਉਹਨਾਂ ਦੇ ਜੀਵਨ ਵਿੱਚ ਵੀ ਦੋ ਤਰ੍ਹਾਂ ਦੇ ਲੋਕ ਨੇ। ਮੱਖਣ ਸ਼ਾਹ ਵੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਵਿੱਚ, ਤੇ ਨਾਲ ਧੀਰ ਮੱਲ ਵੀ ਹੈਗਾ। ਸੰਸਾਰ ਬਿਰਖ ਕੋ ਦੋਏ ਫਲ ਲਾਏ, ਬਿਖ ਅੰਮ੍ਰਿਤ ਕਰਤਾਰ ਹੋ ਪਾਏ। ਭਾਈ ਸਾਹਿਬ ਸ਼ੁਰੂਆਤ ਕਰ ਰਹੇ ਨੇ, ਕਹਿੰਦੇ ਨੇ ਅਹੰ ਬੀਜ ਮਮਤਾ ਸਿਖਾ। ਜੇ ਇਹ ਚੀਜ਼ਾਂ ਤੇਰੇ ਜੀਵਨ ਵਿੱਚ ਆ ਰਹੀਆਂ ਨੇ ਤਾਂ ਫਿਰ ਸਮਝ ਲੈ ਤੇਰੀ ਜੀਵਨ ਸ਼ੈਲੀ ਜ਼ਹਿਰ ਹੁੰਦੀ ਜਾ ਰਹੀ ਹੈ। ਬਕੌਲੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਜੇ ਇਹ ਚੀਜ਼ਾਂ, ਕੁਝ ਚੀਜ਼ਾਂ ਉਹਨਾਂ ਨੇ ਉਲੇਖ ਕੀਤੀਆਂ ਨੇ, ਜੇ ਆ ਰਹੀਆਂ ਨੇ ਤਾਂ ਫਿਰ ਤੇਰੇ ਜੀਵਨ ਵਿੱਚ ਜ਼ਹਿਰੀਲੀ ਜੀਵਨ ਸ਼ੈਲੀ ਆ ਰਹੀ ਹੈ। ਸਿਰਫ ਸਾਹ ਲੈਣ ਨੂੰ ਜ਼ਿੰਦਗੀ ਨਹੀਂ ਕਹਿੰਦੇ, ਸਾਹ ਤਾਂ ਪਸ਼ੂ ਵੀ ਲੈਂਦੇ ਨੇ। ਜੀਵਨ ਸ਼ੈਲੀ ਕੀ ਹੈਗੀ ਹੈ? ਪੱਥਰਾਂ ਦੀ ਜੀਵਨ ਸ਼ੈਲੀ ਜਦ ਵੀ, ਇਹ ਪਹਿਲਾਂ ਤਾਂ ਇਕੱਠੇ ਨਹੀਂ ਹੁੰਦੇ, ਇਹਨਾਂ ਦਾ ਆਪਣਾ ਆਪਣਾ ਭਾਰ ਹੀ ਇੰਨਾ ਹੁੰਦਾ ਹੈ, ਇਕੱਠੇ ਨਹੀਂ ਹੋ ਸਕਦੇ। ਤੇ ਜੇ ਕਿਧਰੇ ਇਕੱਠੇ ਹੋ ਜਾਣ ਤੇ ਟਕਰਾ ਜਾਂਦੇ ਨੇ, ਆਪਸ ਵਿੱਚ ਖੜਕ ਪੈਂਦੇ ਨੇ। ਇਹਨਾਂ ਦੀ ਚੋਟ ਮਾਰਨ ਦੀ ਬਿਰਤੀ ਹੈ, ਇੰਜ ਕਹਿ ਲਓ। ਪਹਿਲੀ ਗੱਲ ਇਕੱਠੇ ਹੀ ਨਹੀਂ ਹੋਣਾ, ਫਿਰ ਭਾਰ ਇੰਨਾ, ਫਿਰ ਤਕਰਾਰ ਇੰਨਾ ਜ਼ਿਆਦਾ, ਇੱਕ ਦੂਜੇ ਨੂੰ ਤੋੜਨ ਲਈ ਖੜੇ ਨੇ। ਤੇ ਫੁੱਲਾਂ ਨੂੰ ਦੇਖੀਏ, ਵੱਖ ਵੱਖ ਟਹਿਣੀ ਤੇ ਲੱਗੇ ਹੋਏ ਨੇ, ਪਰ ਮਹਿਕ ਇੱਕੋ ਹੀ ਦੇ ਰਹੇ ਨੇ। ਅੰਮ੍ਰਿਤ ਜੀਵਨ ਸ਼ੈਲੀ। ਈਰਾਨ ਦੇ ਪ੍ਰਸਿੱਧ ਸੰਤ ਜਨਾਬ ਸ਼ੇਖ ਸਾਦੀ ਨੇ ਵੀ ਕਿਹਾ ਵੀ ਜੇ ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਤੁਹਾਡੇ ਮੁਲਕ ਵਿੱਚ ਆ ਜਾਣ, ਕਿਸੇ ਮੁਲਕ ਵਿੱਚ ਆ ਜਾਣ, ਉਹ ਮੁਲਕ ਖਤਮ ਹੋ ਜਾਏਗਾ। ਹੁਣ ਜ਼ਿਕਰ ਆ ਗਿਆ ਤਾਂ ਮੈਂ ਇਹ ਵਿਚਾਰ ਆਪ ਨਾਲ ਟੂਕ ਮਾਤਰ ਸਾਂਝਾ ਕਰ ਲੈਣਾ। ਪਰਸ਼ੀਅਨ ਦਾ ਉਹਦਾ ਕਲਾਮ ਹੈ, ਉਹ ਕਹਿੰਦਾ ਗੁਰ ਗਮੀਰੋ ਸਗ ਵਜ਼ੀਰੋ ਮੂਸ ਦੀਵਾਂ ਮੇ ਸ਼ਬਦ। ਗੁਰਗ ਕਹਿੰਦੇ ਨੇ ਭੇੜੀਏ ਨੂੰ, ਬਗਿਆੜ ਨੂੰ। ਜਿਹੜਾ ਅਮੀਰ ਬਾਦਸ਼ਾਹ ਹੋਵੇ ਉਹ ਬਗਿਆੜ ਵਰਗਾ ਹੋਵੇ, ਭੇੜੀਏ ਵਰਗਾ, ਬਈ ਉਹਨੇ ਚੀਰ ਫਾੜ ਕੇ ਖਾਣਾ ਹੀ ਹੈ। ਮੁਖੀ ਕਿਸੇ ਸੰਸਥਾ ਦਾ, ਮੁਖੀ ਕਿਸੇ ਘਰ ਦਾ, ਮੁਖੀ ਕਿਸੇ ਦੇਸ਼ ਦਾ, ਇਸ ਬਿਰਤੀ ਵਾਲਾ ਹੋ ਜਾਏ ਬਈ ਜਿਵੇਂ ਲੱਭਣਾ ਆਪਾਂ ਖਾਣਾ ਹੀ ਹੈ। ਉਹ ਸੰਸਥਾ ਭਾਵੇਂ ਪਰਿਵਾਰਕ ਹੋਵੇ, ਸਮਾਜਿਕ ਹੋਵੇ, ਧਾਰਮਿਕ ਹੋਵੇ, ਜਿਸ ਦਾ ਮੁਖੀ ਭੇੜੀਏ ਵਰਗਾ ਹੋ ਜਾਏ
ਉਹ ਸੰਸਥਾ ਨਹੀਂ ਬਚ ਸਕਦੀ। ਗੁਰ ਗੰਭੀਰੋ ਸਗ ਵਜ਼ੀਰੋ, ਮੁਖੀ ਜਿਹੜਾ ਹੈ, ਬਾਦਸ਼ਾਹ ਜਿਹੜਾ ਹੈ, ਉਹ ਭੇੜੀਆ ਹੋਵੇ ਤੇ ਉਹਦੇ ਅੱਗੋਂ ਜਿਹੜੇ ਵਜ਼ੀਰ ਨੇ ਉਹ ਕੁੱਤੇ ਹੋਵਣ। ਸਗ ਕੁੱਤਿਆਂ ਨੂੰ ਕਹਿੰਦੇ ਨੇ, ਜਿਨ੍ਹਾਂ ਦੀ ਬਿਰਤੀ ਇਹ ਬਣ ਜਾਏ ਬਈ ਰਾਜੇ ਦਾ ਵਧਿਆ ਹੱਡੀ ਮਾਸ ਜੋ ਮਿਲ ਜਾਏ ਖਾ ਲੈਣਾ, ਜਿਨ੍ਹਾਂ ਦੀ ਬਿਰਤੀ ਇਹ ਹੋ ਜਾਏ। ਉਹ ਰਾਜੇ ਨੂੰ ਸਹੀ ਸਲਾਹ ਦੇ ਹੀ ਨਾ ਸਕਦੇ ਹੋਣ, ਸਹੀ ਗੱਲ ਕਰ ਹੀ ਨਾ ਸਕਦੇ ਹੋਣ। ਗੁਰ ਗੰਭੀਰੋ ਸਗ ਵਜ਼ੀਰੋ, ਮੂਸ ਦੀਵਾ ਮੇ ਸ਼ਬਦ। ਮੂਸ ਕਹਿੰਦੇ ਨੇ, ਮੂਸਾ ਚੂਹੇ ਨੂੰ ਕਹਿੰਦੇ ਨੇ। ਦੀਵਾਨ ਨੇ ਜਿਹੜੇ ਅੱਗੇ ਰਿਆਇਆ ਦੀ ਗੱਲ ਰਾਜੇ ਤੱਕ ਪਹੁੰਚਾਉਣ ਵਾਲੇ, ਉਹ ਹੋ ਗਏ ਅਖਬਾਰਾਂ ਵਾਲੇ, ਮੀਡੀਆ ਵਾਲੇ, ਇਲੈਕਟ੍ਰੋਨਿਕ ਪ੍ਰਿੰਟ ਮੀਡੀਆ। ਉਹ ਇਸ ਤਰ੍ਹਾਂ ਦੇ ਹੋ ਜਾਣ ਜਿਵੇਂ ਚੂਹੇ ਹੋਣ, ਤੇ ਚੂਹੇ ਦਾ ਕੰਮ ਹੈ ਵਧੀਆ ਤੋਂ ਵਧੀਆ ਚੀਜ਼ ਹੋਵੇ ਉਹਨੇ ਟੁੱਕ ਦੇਣੀ ਹੁੰਦੀ। ਮੈਨੂੰ ਯਾਦ ਹੈ ਮਸਕੀਨ ਜੀ ਨੂੰ ਇੱਕ ਸੱਜਣ ਮਿਲਿਆ ਸੀ, ਬੜਾ ਰੋਇਆ ਮਿਲ ਕੇ, ਤੇ ਮਸਕੀਨ ਜੀ ਕਹਿਣ ਲੱਗੇ ਪੁਰਖਾ ਰੋਂਦੇ ਕਿਉਂ, ਕਾਰਨ ਕੀ ਹੈ? ਕਹਿੰਦੇ ਜੀ ਕੀ ਦਸੀਏ, ਮੈਂ ਭਾਈ ਨੰਦ ਲਾਲ ਜੀ ਨੂੰ ਪੰਜਾਬੀ 'ਚ ਲਿਖਿਆ ਸੀ, ਹੁਣ ਮੈਂ ਬੁੱਢਾ ਹੋ ਗਿਆ। ਉਹ ਜਿਹੜਾ ਖਰੜਾ ਸੀ ਮੈਂ ਅਲਮਾਰੀ 'ਚ ਰੱਖਿਆ ਹੋਇਆ ਸੀ ਲਿਖ ਕੇ, ਭਾਈ ਨੰਦ ਲਾਲ ਜੀ ਦੇ ਅਰਥ ਕਰਕੇ ਮੈਂ ਅਲਮਾਰੀ 'ਚ ਰੱਖਿਆ ਸੀ ਬਈ ਪੈਸੇ ਆਉਣਗੇ ਤੇ ਛਪਵਾ ਲਾਂਗਾ। ਤੇ ਮਸਕੀਨ ਜੀ ਕਹਿਣ ਲੱਗੇ ਗੁਰਮੁਖੋ ਪੈਸਿਆਂ ਦੀ ਚਿੰਤਾ ਨਾ ਕਰੋ, ਪੈਸੇ ਅਸੀਂ ਤੁਹਾਨੂੰ ਦੇ ਦੇਣੇ ਆ, ਜਾਂ ਕਿਸੇ ਸੱਜਣ ਨੂੰ ਕਹਿ ਦੇਣੇ ਆ ਤੁਸੀਂ ਲਿਆਓ ਖਰੜਾ, ਅਸੀਂ ਛਪਵਾ ਦੇਣਾ। ਉਹ ਫਿਰ ਰੋ ਕੇ ਕਹਿਣ ਲੱਗਾ ਜੀ ਮਸਕੀਨ ਜੀ ਕੀ ਦਸੀਏ, ਖਰੜਾ ਤੇ ਹੁਣ ਹੈ ਨਹੀਂ। ਤੇ ਆਖਿਆ ਖਰੜਾ ਕਿੱਥੇ ਗਿਆ? ਕਹਿਣ ਲੱਗੇ ਜੀ ਪਤਾ ਨਹੀਂ ਚੱਲਿਆ, ਕਿਤੇ ਚੂਹਾ ਅਲਮਾਰੀ ਨੂੰ ਲੱਗ ਗਿਆ, ਉਹਨੇ ਕੁਤਰ ਕੁਤਰ ਕੇ ਛੱਡਿਆ ਹੀ ਕੱਖ ਨਹੀਂ, ਰਹਿਣ ਹੀ ਕੱਖ ਨਹੀਂ ਦਿੱਤਾ। ਹੁਣ ਮੈਂ ਕੀ ਛਪਵਾਵਾਂ ਤੇ ਕੀ ਬਣਾਵਾਂ, ਪੈਸੇ ਤਾਂ ਮੇਰੇ ਕੋਲ ਵੀ ਹੈ। ਇਹ ਜਿਹੜੇ ਦੀਵਾਨ ਨੇ, ਪਬਲਿਕ ਦੀ ਗੱਲ ਰਾਜੇ ਤੱਕ ਪਹੁੰਚਾਉਣ ਵਾਲੇ, ਇਹਨਾਂ ਦਾ ਕੰਮ ਬਣ ਜਾਏ ਵੀ ਟੁੱਕ ਟੁੱਕ ਕੇ ਗੱਲ ਪਹੁੰਚਾਉਣੀ ਹੈ, ਜੋ ਰਾਜੇ ਨੂੰ ਚੰਗੀ ਲੱਗੇ ਉਹ ਦੱਸਣੀ ਹੈ, ਦੂਜੀ ਨਹੀਂ। ਖੈਰ ਲੰਬਾ ਚੌੜਾ ਉਸ ਦਾ ਬਿਆਨ ਹੈ ਸ਼ੇਖ ਸਾਦੀ ਦਾ। ਗੁਰ ਗੰਭੀਰੋ ਸਗ ਵਜ਼ੀਰੋ, ਮੂਸ ਦੀਵਾ ਮੇ ਸ਼ਬਦ, ਦੁਸਦੇ ਮੁਹਾਫਿਜ਼ ਬਦ ਬਹੀ ਖਾ। ਦੁਸਦ ਕਹਿੰਦੇ ਨੇ ਚੋਰ ਨੂੰ, ਜਿਹੜੇ ਰਖਵਾਲੇ ਨੇ ਉਹ ਚੋਰ ਬਣ ਜਾਣ, ਜਿਨ੍ਹਾਂ ਤੇ ਉਮੀਦ ਕੀਤੀ ਜਾਂਦੀ ਹੈ ਵੀ ਇਹ ਰਾਖੀ ਕਰਨਗੇ, ਉਹ ਚੋਰ ਬਣ ਜਾਣ, ਉਹ ਚੋਰੀ ਉਹੀ ਕਰਨ ਲੱਗ ਪੈਣ। ਦੁਸਦੇ ਮੁਹਾਫਿਜ਼ ਬਦ ਬਹੀ ਖਾ, ਸ਼ੈਤਾਨ ਨਾਜ਼ਮ ਮੇ ਸ਼ਬਦ। ਤੇ ਜਿਹੜੇ ਅੱਗੋਂ ਨਾਜ਼ਮ ਲਾਏ ਹੋਏ ਨੇ ਉਹ ਸਾਰੇ ਸ਼ੈਤਾਨ ਹੋ ਜਾਣ। ਵਜ਼ੀਰਾਂ ਤੋਂ ਬਾਅਦ ਨਾਜ਼ਮ ਸ਼੍ਰੇਣੀ ਆ ਜਾਂਦੀ ਹੈ, ਮੰਤਰੀਆਂ ਤੋਂ ਬਾਅਦ ਅੱਗੇ ਨਾਜ਼ਮ ਸ਼੍ਰੇਣੀ ਆ ਜਾਂਦੀ, ਜਿਹਦੇ 'ਚ ਨਿਆਂਪਾਲਕਾ ਦੇ ਤੇ ਹੋਰ ਸਮਾਜ ਦੇ ਤੇ ਹੋਰ ਲੋਕ ਹੁੰਦੇ ਨੇ। ਉਹ ਸ਼ੈਤਾਨ ਹੋਣ, ਸ਼ੈਤਾਨੀ ਬਿਰਤੀ ਵਾਲੇ ਹੋ ਜਾਣ, ਇਨਸਾਨੀ ਬਿਰਤੀ ਖਤਮ ਹੋ ਜਾਏ। ਦੁਸਦੇ ਮੁਹਾਫਿਜ਼ ਬਦ ਬਹੀ ਖਾ, ਸ਼ੈਤਾਨ ਨਾਜ਼ਮ ਮੇ ਸ਼ਬਦ। ਉਹਨੇ ਧਾਰਮਿਕ ਲੋਕਾਂ 'ਤੇ ਵੀ ਚੋਟ ਕੀਤੀ ਹੈ। ਹੁਣ ਸਾਹਮਣੇ ਆ ਗਈ ਹੈ ਤੇ ਮੈਂ ਕਹਿ ਦਿੰਦਾ। ਇਹ ਪਤਾ ਨਹੀਂ ਵੀ ਕਹਿਣ ਤੋਂ ਬਾਅਦ ਮੈਨੂੰ ਕਿੰਨਾ ਵਿਰੋਧ ਸੁਣਨਾ ਪਏਗਾ, ਇਹ ਨਹੀਂ ਮੈਨੂੰ ਪਤਾ, ਪਰ ਮੈਂ ਕਹਿ ਦਿੰਦਾ। ਉਹ ਕਹਿੰਦਾ ਜ਼ਾਦ ਜ਼ਾਹਦ ਖਰਸਨਾਸੀ, ਜਿਹੜੇ ਧਾਰਮਿਕ ਲੋਕ ਨੇ ਖੋਤਿਆਂ ਵਰਗੇ ਹੋ ਜਾਣ। ਉਸ ਫਕੀਰ ਨੇ ਅੱਜ ਤੋਂ ਕੋਈ 950 ਸਾਲ 925 ਸਾਲ ਪਹਿਲਾਂ ਇਹ ਗੱਲ ਈਰਾਨ 'ਚ ਆਖੀ ਸੀ ਬਈ ਜਿਹੜੇ ਧਾਰਮਿਕ ਲੋਕ ਨੇ ਖੋਤੇ ਹੋ ਜਾਣ, ਖੋਤਾ ਬਿਰਤੀ ਹੋ ਜਾਏ। ਆਪ ਆਖੋਗੇ ਖੋਤਾ ਬਿਰਤੀ ਦਾ ਕੀ ਮਤਲਬ ਹੈ? ਖੋਤੇ ਤੇ ਗ੍ਰੰਥ ਵਗੈਰਾ ਪੁਰਾਣੇ ਸਮੇਂ 'ਚ ਲੱਦ ਕੇ ਲੈ ਜਾਂਦੇ ਸਨ।
ट्रांसपोर्ट का साधन खोते खच्चरां हुंदे सन। अज वांगू ट्रक रेलां ते इस तरह दे नाल मालवाहक जहाज़ नहीं सन। पहाड़ां विच होर थावां ते यही साधन अज भी चलदा है। ਜ਼ਾਦ ਜ਼ਾਹਦ ਖਰ ਸਨਾਸੀ, ਧਾਰਮਿਕ ਲੋਕ ਇੰਜ ਹੋ ਜਾਣ ਜਿਵੇਂ ਖੋਤੇ। ਤੇ ਖੋਤੇ ਕਿਉਂ ਆਖਿਆ? ਉਹ ਕਹਿੰਦਾ ਵੀ ਧਰਮ ਗ੍ਰੰਥ ਖੋਤੇ ਤੇ ਕੋਈ ਲੱਦ ਕੇ ਲੈ ਜਾਏ ਤੇ ਉਹ ਖੋਤਾ ਕੋਈ ਪੰਡਤ ਜੀ ਥੋੜ੍ਹੀ ਹੋ ਜਾਂਦਾ। ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਨਾਲ ਸੰਬੰਧਿਤ ਕੁਝ ਪੁਸਤਕਾਂ ਟਰਾਂਸਪੋਰਟ ਕਰਨ ਵਾਲਾ ਕੋਈ ब्रह्म ज्ञानी थोड़ी हो जाता। कुरान आदक होर पुस्तकां लै जाए लद के सिर ते कमर ते खोता कोई फकीर साईं थोड़ी हो जाता कि हो जाएगा। वो कोई बाबा फरीद थोड़ी बन जाएगा। धार्मिक लोगों ने धार्मिक ज्ञान सिर्फ सिर ते लद्या होवे लड़न वास्ते। रोज़ आए दिन लड़ाई पई रहिंदी, मर्यादा मर्यादा आप नूं पता नहीं मर्यादा की है, आप नूं कख पता नहीं। ए फलाना हो गया। धार्मिक लोग सिर्फ धर्म दा ज्ञान सिर ते लद के फिरन, जीवन विच ना होवे, तुहानूं मिल जाणगे। इस जगत विच बड़े बड़े नशई, शराबां पीण वाले, शराबां वेचण वाले, नशे करन वाले ते नशियां दे तस्कर तुहानूं मिल जाणगे। की ने? खोते ने। धार्मिक ज्ञान सिर्फ सिर ते लद्या होया, जीवन च नहीं। बड़े सोहने बोल ने उस फकीर दे। ज़ाद ज़ाहद खर सनासी, बूम आलम में शबद। उन्हें पब्लिक नूं भी माफ़ नहीं किया ते पब्लिक इंज होवे जिवें उल्लू होण, पता ही कख नहीं। जो किसी ने कह दिता वही पुतले साड़न लग पे, वही रौला पाउण लग पे, वही नारे लाउण लग पे, पता ही नहीं। उल्लूआं वर्गी बिरती है। उल्लू कोई माड़ा पंछी नहीं है, बस इहदी जीवन चर्या रात नाल जुड़ी हुई जहरीली है, और कोई माड़ा थोड़ी। दिने नहीं निकलता, रोशनी इनू चंगी नहीं लगती, रोशनी च बाहर नहीं आ सकता। जिन्होंने सच्चाई की रोशनी चंगी ना लगे, उल्लू ने होर की ने। बूम आलम में शबद। पब्लिक हो जाए उल्लुआं वर्गी, ज्ञानवान धार्मिक लोग हो जान खोतियां वर्गे, नाज़म शाही हो जाए। बिल्कुल इस तरह जिवें शेख सादी ने लिख दिता है, वो सारे चोर बन जान, राखी करन वाले, वजीर कुत्तियां वांगू खाण नूं फिरन, ते बादशाह हो जाए भेड़िया, चीर फाड़ के खाना है जिथों मिल जाए खाना। ते फिर शेख सादी कहंदा है, दुनिया दे लोगो सावधान हो जाओ। जे किसी संस्था विच, जे किसी परिवार विच, जे किसी देश विच ये जहरीले गुण आए ने, तो फिर समझो संस्था, वो घर, वो परिवार ते वो देश तबाह हो जाएगा, उन्होंने कोई बचा नहीं सकेगा। ई चुनी अर काने दौलत मुल्क वीरां में शबद। वीराना हो जाएगा, शमशान बन जाएगा, उत्ते कख भी नहीं रहेगा। ये जहरीली जीवन शैली है। शैली इस तरह नशे करने वाले लोग अपने परिवार दे भी नहीं होंगे। बच्चियां नूं रोंदियां होइयां देखा जा सकता है। की है? पिता शराबी है, कुटमार करता है। भैणां नूं रोंदे हुए देखा जा सकता है। की है? पति नशे करता है, मारदा कुटदा, काम ते करदा नहीं। लुट मार, लुट खसुट, जहरीली जीवन शैली है। भाई साहब इत्थों आरंभ करते हैं, कहते ने इन्हां विच की होएगा? सब तो पहला अहंग बीज, अंदर हौमे रूपी बीज है।
ਜ਼ਹਿਰੀਲਾ ਦਰਖਤ ਬਣਦਾ ਜਾ ਰਿਹਾ। ਮਮਤਾ ਸਿਫਾ ਪਕੜ ਜਕੜ ਮੈਂ ਮੇਰਾ ਇਹ ਜੜ ਹੋਵੇ। ਹਉਮੈ ਦੇ ਬੀਜ ਚੋਂ ਇਹ ਜ਼ਹਿਰੀਲਾ ਬੀਜ ਹੈ, ਇਹਦੇ ਚੋਂ ਇਹ ਜੜ ਬਣਦੀ ਹੈ। ਪਹਿਲੇ ਬੀਜ ਜੜ ਪਕੜਦਾ, ਫਿਰ ਉੱਪਰ ਆਉਂਦਾ। ਪਹਿਲੋਂ ਦੇ ਜੜ ਅੰਦਰ ਜੰਮੈ, ਫਿਰ ਉੱਪਰ ਹੋਵੇ ਛਾਂ। ਮਮਤਾ ਸਿਫਾ ਮੈਂ ਮੇਰਾ, ਮੈਂ ਰੱਖ ਲਵਾਂ, ਮੈਂ ਖੋਹ ਲਵਾਂ, ਮੈਂ ਕਬਜ਼ਾ ਕਰ ਲਵਾਂ, ਇਹ ਹੋਵੇ ਜੜ। ਰਾਗ ਦੁਐਖ ਬੜ ਟਾਸ, ਆਪਣਾ ਬੇਗਾਨਾ, ਇਹ ਮੇਰਾ ਧੜਾ, ਇਹ ਮੇਰਾ ਧੜਾ। ਧਰਮ ਦੀ ਗੱਲ ਨਹੀਂ ਹੈ, ਧੜਿਆਂ ਦੀ ਗੱਲ। ਪ੍ਰੇਮ ਦੀ ਗੱਲ ਨਹੀਂ ਹੈ, ਪਰਾਏ ਦੀ ਤੇ ਆਪਣੇ ਦੀ ਗੱਲ ਹੈ। ਮੇਰਾ ਏ ਤੇਰਾ ਏ, ਮੇਰਾ ਏ ਤੇਰਾ। ਇਹ ਦੋ ਵੱਡੇ ਰਾਗ ਦੁਐਸ, ਆਪਣਾ ਤੇ ਬੇਗਾਨਾ, ਪ੍ਰੇਮ ਤੇ ਵੈਰ, ਇਹ ਦੋ ਵੱਡੇ ਟਹਿਣੇ ਇਹਦੇ ਹੁੰਦੇ ਨੇ। ਅਹੰ ਬੀਜ ਮਮਤਾ ਸਿਖਾ, ਰਾਗ ਦੁਐਖ ਬੜ ਟਾਸ। ਜੇ ਚੀਜ਼ਾਂ ਪੁਰਖਾ ਤੇਰੀ ਜ਼ਿੰਦਗੀ 'ਚ ਆ ਰਹੀਆਂ ਨੇ, ਫਿਰ ਸਮਝ ਤੇਰੀ ਜੀਵਨ ਸ਼ੈਲੀ ਜ਼ਹਿਰੀਲੀ ਹੁੰਦੀ ਜਾ ਰਹੀ। ਅੱਗੇ ਸਰਵਣ ਕਰੀਏ। ਜਗ ਦਲ ਦੁਖ ਸੁਖ ਫਲ ਲਗੇ, ਗੁਰ ਭਜ ਹੋਏ ਬਿਨਾਸ਼। ਹੋ ਸਕਦਾ ਹੈ ਇਸ ਜਗਤ ਰੂਪੀ ਪੱਤੇ ਨੇ, ਇਹਦੇ 'ਚ ਜੀਵ ਜਗਤ ਸਾਰੇ ਇਸ ਜ਼ਹਿਰੀਲੇ ਫਲ ਦੇ ਪੱਤਿਆਂ ਵਾਂਗੂ। ਹੋ ਸਕਦਾ ਹੈ ਕੁਝ ਫਲ ਆਕਾਰ ਕਰਕੇ ਸੋਹਣਾ ਦਿਖਦਾ ਹੋਵੇ, ਮਨ ਸੁਖੀ ਹੁੰਦਾ ਵੀ ਬੜਾ ਸੋਹਣਾ ਆਕਾਰ ਹੈ, ਬੜਾ ਸੋਹਣਾ ਉੱਚਾ ਦਰਖਤ, ਬੜੇ ਸੋਹਣੇ ਪੱਤੇ ਨੇ। ਪਰ ਭਾਈ ਸਾਹਿਬ ਕਹਿੰਦੇ ਨੇ ਇਹ ਜ਼ਹਿਰੀਲੇ ਫਲ ਲੱਗਦੇ ਨੇ ਇਸ ਜੀਵਨ ਨੂੰ। ਫਿਰ ਇਹਦਾ ਨਾਸ਼ ਕਿਵੇਂ ਹੋਵੇ? ਅਹੰ ਬੀਜ ਦਾ, ਮਮਤਾ ਟਹਿਣ ਜੜ ਦਾ, ਆਪਣਾ ਪਰਾਇਆ ਇਹ ਟਹਿਣੀਆਂ ਦਾ, ਜਗਤ ਦੇ ਦੁੱਖ ਸੁੱਖ ਰੂਪੀ ਫਲ ਦਾ ਨਾਸ਼ ਕਿਵੇਂ ਹੋਵੇ? ਇਹ ਦਰਖਤ ਪੁੱਟਿਆ ਕਿਵੇਂ ਜਾਏ? ਪੁੱਟ ਦੇਣਾ ਚਾਹੀਦਾ ਹੈ। ਅਗਰ ਵੈਰ ਦਾ ਵਿਚਾਰ ਅੰਦਰ ਪਨਪਿਆ ਹੈ ਤਾਂ ਇਹ ਬੀਜ ਨੂੰ ਹੀ ਪੁੱਟ ਦਿਓ, ਵੱਡਾ ਹੋਏਗਾ, ਫਿਰ ਪੁੱਟਿਆ ਨਹੀਂ ਜਾਣਾ। ਫਿਰ ਇਸ ਨੂੰ ਨਹੀਂ ਪੁੱਟ ਸਕੋਗੇ, ਫਿਰ ਇਹ ਖਤਮ ਹੋ ਜਾਏਗਾ, ਤੁਹਾਡਾ ਜੀਵਨ ਹੀ ਖਤਮ ਕਰ ਦੇਗਾ। ਭਾਈ ਸਾਹਿਬ ਕਹਿੰਦੇ ਨੇ ਗੁਰ ਭਜ ਹੋਏ ਬਿਨਾਸ਼। ਗੁਰੂ ਦਾ ਨਾਮ ਜਪ ਤੇ ਗੁਰੂ ਦੇ ਨਾਮ ਦੇ ਸ਼ਸਤਰ ਨਾਲ ਇਹ ਦਰਖਤ ਦੀਆਂ ਜੜ੍ਹਾਂ ਹੀ ਕੱਟੀਆਂ ਜਾਣਗੀਆਂ, ਇਹ ਖਤਮ ਹੋ ਜਾਏ। ਫਿਰ ਤੇਰਾ ਜੀਵਨ ਸ਼ੈਲੀ ਅੰਮ੍ਰਿਤਮਈ ਹੋ ਜਾਏਗਾ, ਜੀਵਨ ਅੰਮ੍ਰਿਤਮਈ ਬਣ ਜਾਏਗਾ, ਜਿਸ ਵਿੱਚ ਪਰਉਪਕਾਰ, ਦਇਆ, ਪ੍ਰੇਮ, ਆਪਣਾਪਨ, ਲੋੜਵੰਦਾਂ ਦੀ ਮਦਦ ਕਰਨ ਲਈ ਤੂੰ ਅੱਗੇ ਆਉਣ ਲੱਗ ਪਏਗਾ। ਇਹ ਦੱਸ ਦਿੱਤਾ ਵਿਦਵਾਨਾਂ ਨੇ ਤੇ ਮਹਾਂਪੁਰਖਾਂ ਨੇ। ਆਵਾਜ਼ ਥੋੜ੍ਹੀ ਜਿਹੀ ਵਧਾ ਦਿਓ, ਪਹਿਲੇ ਠੀਕ ਚੱਲ ਰਹੀ, ਇੱਥੇ ਠੀਕ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਸਾਹਿਬ ਕਹਿੰਦੇ ਨੇ ਗੁਰ ਭਜ ਹੋਏ ਬਿਨਾਸ਼। ਇਹ ਅਹੰਗ ਰੂਪੀ ਬੀਜ ਦਾ, ਮਮਤਾ ਰੂਪੀ ਜੜ ਦਾ। ਮਮਤਾ ਦਾ ਮਤਲਬ ਹੈ ਹੰਗਤਾ, ਮਮਤਾ ਇਹਨੂੰ ਕਹਿੰਦੇ ਨੇ, ਮੈਂ ਮੇਰਾ ਹਉਮੈ। ਇਹ ਹੰਗਤਾ ਮਮਤਾ ਬੀਜ ਤੇ ਟਹਿਣੀਆਂ, ਟਹਿਣੇ ਰਾਗ ਦਵੈਸ ਦੇ ਟਹਿਣੇ, ਇਹਦੀ ਜੜ ਤੇ ਸੁੱਖ ਦੁੱਖ ਤੋਂ ਉੱਠਣ ਵਾਲਾ ਮਹਾਨ ਆਤਮਕ ਪਦ। ਇਹ ਤਾਂ ਹੀ ਮਿਲੇਗਾ ਜੇ ਸਵੇਰੇ ਜਾਗ ਕੇ ਵਾਹਿਗੁਰੂ 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 ਕੁਝ ਸਮਾਂ ਕਰਨਾ ਚਾਹੀਦਾ। ਬੇਸ਼ੱਕ ਰਸ ਨਾ ਆਵੇ। ਬੜਿਆਂ ਦੀ ਸ਼ਿਕਾਇਤ ਹੁੰਦੀ, ਜੀ ਕੀ ਕਰੀਏ ਜੀ, ਰਸ ਨਹੀਂ ਆਉਂਦਾ ਜੀ, ਮਨ ਨਹੀਂ ਲੱਗਦਾ। ਮਨ ਪਹਿਲੇ ਦਿਨ ਥੋੜ੍ਹੀ ਲੱਗਦਾ। ਪਹਿਲੇ ਦਿਨ ਕਿਸਾਨ ਖੇਤ ਵਿੱਚ ਪੈਰ ਰੱਖੇ ਤਾਂ ਅਨਾਜ ਨਾਲ ਟਰਾਲੀ ਥੋੜ੍ਹੀ ਭਰ ਜਾਂਦੀ, ਪਹਿਲੇ ਮਿੱਟੀ 'ਚ ਜਾਣਾ ਪੈਂਦਾ। ਕਿਧਰੇ ਵੀ ਦੇਖ ਲਓ, ਇੱਕਦਮ ਨਹੀਂ, ਹੌਲੀ ਹੌਲੀ ਕਿਰਪਾ ਬਖਸ਼ਿਸ਼ ਬਣ ਜਾਂਦੀ ਹੈ। ਇਸ ਲਈ ਸਵਾਦ ਆਵੇ ਨਾ ਆਵੇ, ਰਸ ਆਵੇ ਨਾ ਆਵੇ, ਮਨ ਲੱਗੇ ਨਾ ਲੱਗੇ, ਔਖੇ ਹੋਵੋ ਸੌਖੇ ਹੋਵੋ, ਪਰ ਥੋੜ੍ਹੀ ਦੇਰ ਵਾਹਿਗੁਰੂ 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 ਆਪਣੇ ਆਪਣੇ ਮਤ ਅਨੁਸਾਰ ਹੈ। ਸਾਨੂੰ ਮਹਾਰਾਜ ਨੇ ਵਾਹਿਗੁਰੂ ਮੰਤਰ ਬਖਸ਼ਿਆ। ਇਸਲਾਮ ਵਾਲੇ ਅੱਲਾਹੂ ਅੱਲਾਹੂ ਕਰ ਲੈਣ, ਉਹਨਾਂ ਨੂੰ ਵੀ ਰਸ ਮਿਲ ਜਾਏਗਾ।
ਸਨਾਤਨ ਵਾਲੇ ਰਾਮ ਰਾਮ ਹਰੀ ਓਮ ਜਪਣ ਰਸ ਮਿਲ ਜਾਏਗਾ। ਸਿਆਪਾ ਤੇ ਹੈ ਜਪਦੇ ਨਹੀਂ ਪਏ, ਅਸੀਂ ਵੀ ਨਹੀਂ ਜਪਦੇ, ਹੋਰ ਵੀ ਵਿਰਲੇ ਨੇ ਜਿਹੜੇ ਜਪਦੇ ਹੋਣਗੇ, ਹੈਣ ਵਿਰਲੇ ਨਾ ਹੀ ਕਣੇ। ਥੋੜ੍ਹੀ ਦੇਰ ਬੈਠ ਕੇ ਸਰੈਂਡਰ ਕਰ ਦਿਓ ਪਰਮਾਤਮਾ ਨੂੰ ਵੀ ਪ੍ਰਭੂ ਮੇਰੇ ਵੱਸ ਦੀ ਗੱਲ ਨਹੀਂ, ਤੂੰ ਜੋ ਕਰ ਬਸ ਮੈਂ ਤੇ ਆ ਜਪਣਾ। ਗੁਰ ਭਜ ਹੋਏ ਬਿਨਾਸ਼, ਗੁਰੂ ਨੂੰ ਜਪ, ਸਭ ਦਾ ਆਪਣਾ ਆਪਣਾ ਮੰਤਰ ਹੈ, ਉਹਨਾਂ ਨੂੰ ਉਹ ਫਲ ਦਿੰਦਾ ਹੈ, ਰਸ ਦਿੰਦਾ ਹੈ। ਸਾਡੇ ਗੁਰਮਤਿ ਵਿੱਚ ਕਿਸੇ ਦਾ ਵਿਰੋਧ ਨਹੀਂ। ਇੱਥੇ ਰਾਮ ਰਾਮ ਜਪਣ ਵਾਲੇ ਕਬੀਰ ਜੀ ਨੂੰ ਵੀ ਅਸੀਂ ਮੱਥਾ ਟੇਕਦੇ ਹਾਂ, ਅਤੇ ਅੱਲਾਹੂ ਅੱਲਾਹੂ ਜਪਣ ਵਾਲੇ ਫਰੀਦ ਨੂੰ ਵੀ ਅਸੀਂ ਚੌਰ ਚੁਲਾਉਂਦੇ ਹਾਂ। ਵਿਰੋਧ ਨਹੀਂ ਸਾਡਾ ਕਿਸੇ ਨਾਲ, ਇਸ ਲਈ ਕਿਸੇ ਮੰਤਰ ਦਾ ਵਿਰੋਧ ਨਹੀਂ। ਬਲਿਹਾਰੇ ਜਾਓ ਜਿੱਤੇ ਤੇਰੇ ਨਾਮ ਹੈ, ਜਿੰਨੇ ਵੀ ਤੇਰੇ ਨਾਮ ਨੇ ਮੈਂ ਸਭ ਤੋਂ ਹੀ ਸਦਕੇ ਜਾਂਦਾ। ਇਹੋ ਜਿਹਾ ਨਿਰਮਲ ਵਿਚਾਰ ਤੁਹਾਨੂੰ ਕਿਧਰੇ ਹੋਰ ਨਹੀਂ ਮਿਲੇਗਾ, ਗੁਰੂ ਨਾਨਕ ਦੇ ਘਰ ਮਿਲੇਗਾ। ਖੈਰ ਪ੍ਰੇਮ ਨਾਲ ਸਰਵਣ ਕਰੀਏ। ਗੁਰੂ ਨੂੰ ਜਪ ਕੇ ਜ਼ਹਿਰੀਲਾਪਨ ਦਾ ਨਾਸ਼ ਹੋ ਜਾਏਗਾ ਅਤੇ ਅੰਮ੍ਰਿਤਪਨ ਪ੍ਰਗਟ ਹੋਵੇਗਾ। ਆਪਣਾਪਨ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨਾਈ। ਸਰਵਣ ਕਰੀਏ। ਹਾਂਜੀ। ਚੌਪਈ ਸਪਤਮ ਬਾਸੁਰ ਸਗਰੋ ਐਸੇ। ਇਹ 7ਵੀਂ ਤਾਰੀਖ ਸੀ, ਸਾਰੀ ਇਸ ਤਰ੍ਹਾਂ ਲੰਘ ਗਈ। ਮਹਾਰਾਜ ਜੀ ਦੇ ਬਚਨ ਸੁਣਦਿਆਂ ਹੋਇਆਂ ਸੰਗਤਾਂ ਦੂਰੋਂ ਦੂਰੋਂ ਆਈਆਂ ਸਨ। ਬੀਤ ਗਇਓ ਵਰਣਨ ਕੀਏ ਜੈਸੇ। ਭਾਈ ਸਾਹਿਬ ਕਹਿੰਦੇ ਨੇ ਜਿਸ ਤਰ੍ਹਾਂ ਅਸੀਂ ਵਰਣਨ ਕੀਤਾ ਹੈ ਇਸ ਤਰ੍ਹਾਂ ਮਹਾਰਾਜ ਬਚਨ ਕਰਦੇ ਰਹੇ, ਸੰਗਤਾਂ ਸੁਣਦੀਆਂ ਰਹੀਆਂ। ਗ੍ਰਾਮਨ ਕੇ ਨਰ ਜੋਤ ਹੈ ਗਏ। ਦੂਰ ਦੂਰ ਪਿੰਡਾਂ ਦੇ, ਨਗਰਾਂ ਦੇ, ਸ਼ਹਿਰਾਂ ਦੇ ਲੋਕ ਇਹ ਸੁਣ ਕੇ ਬਈ ਗੁਰੂ ਨਾਨਕ ਦੇਵ ਨੇ ਕਿਹਾ ਮੈਂ ਜੋਤੀ ਜੋਤ ਸਮਾ ਜਾਣਾ। ਇਹ ਨਹੀਂ ਕਿਹਾ ਮਰ ਜਾਣਾ, ਕਿਧਰੇ ਨਹੀਂ ਕਿਹਾ। ਗੁਰੂ ਮਰਦਾ ਵੀ ਨਹੀਂ ਹੈ। ਸਾਧ ਸੰਗਤ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੁੱਕੈ ਭੋਗ। ਚਲੋ ਜੇ ਪੰਕਤੀ ਯਾਦ ਨਹੀਂ ਹੈ ਤਾਂ ਕੋਈ ਗੱਲ ਨਹੀਂ, ਜੇ ਯਾਦ ਹੋਵੇ ਤਾਂ ਨਾਲ ਪੜ੍ਹ ਲਿਆ ਕਰੋ। ਨਾ ਉਹ ਮਰੈ ਨਾ ਹੋਵੇ, ਦਿੰਦਾ ਰਹੈ ਨਾ ਚੁੱਕੈ। ਇਸ ਲਈ ਗੁਰੂ ਸਾਹਿਬ ਨੇ ਨਹੀਂ ਕਿਹਾ ਵੀ ਮੈਂ ਮਰ ਜਾਣਾ, ਕਿਉਂਕਿ ਜੇ ਗੁਰੂ ਹੀ ਮਰ ਜਾਏ, ਪਰਮਾਤਮਾ ਹੀ ਮਰ ਜਾਏ, ਜਗਤ ਦਾ ਵਾਲੀ ਕੌਣ। ਇਹ ਸੁਣ ਕੇ ਵੀ ਮਹਾਰਾਜ ਨੇ ਜੋਤੀ ਜੋਤ ਸਮਾ ਜਾਣਾ ਹੈ। ਦੂਰ ਦਰਾਜ਼ ਤੋਂ ਸੰਗਤਾਂ ਸਾਹਿਬ ਜੀ ਦੇ ਦੀਦਾਰ ਲਈ ਆਈਆਂ। ਪੁਰ ਕਰਤਾਰ ਰਹਿਤ ਸੋ ਭਏ। ਇਹ ਸਾਰੇ ਵਾਪਸ ਨਹੀਂ ਗਏ, ਕਰਤਾਰਪੁਰ ਵਿੱਚ ਹੀ ਸਭ ਨੇ ਆਪਣਾ ਆਪਣਾ ਟਿਕਾਣਾ ਕਰ ਲਿਆ। ਰੈਣ ਵਿਖੇ ਡੇਰਾ ਕਰ ਸੋਏ। ਰਾਤ ਨੂੰ ਜਿਹੜਾ ਡੇਰਾ ਬਣਾਇਆ, ਤੰਬੂ ਆਦਿਕ ਉਹਨਾਂ ਦਿਨਾਂ 'ਚ ਲਾਉਂਦੇ ਸਨ, ਸ਼ਮਿਆਨੇ ਵਗੈਰਾ ਆਪਣੀ ਆਪਣੀ ਵਿੱਤ ਅਨੁਸਾਰ, ਉਹ ਡੇਰੇ ਵਿੱਚ ਬਿਰਾਜੇ ਹਨ। ਜਿਨ ਮਨ ਦਰਸ਼ਨ ਪ੍ਰੇਮ ਭਿਗੋਏ। ਜਿਨ੍ਹਾਂ ਦਾ ਮਨ ਗੁਰੂ ਦੇ ਦਰਸ਼ਨ ਦੇ ਪ੍ਰੇਮ 'ਚ ਭਿੱਜਿਆ ਆ। ਸਿੱਖ ਦਾ ਪਹਿਲਾ ਸੁਭਾਅ ਇਹ ਹੀ ਹੈ, ਪਹਿਲਾ ਵਿਚਾਰ, ਪਹਿਲੀ ਇੱਛਾ ਇਹ ਹੀ ਹੈ ਕਿ ਮੈਨੂੰ ਗੁਰੂ ਦਾ ਦਰਸ਼ਨ ਹੋ ਜਾਏ। ਆਪ ਨੂੰ ਜੇ ਇਤਨੀ ਗਿਣਤੀ 'ਚ ਆਪ ਬੈਠੇ ਹੋ, ਰੋਜ਼ ਸੰਗਤਾਂ ਆ ਰਹੀਆਂ, ਟ੍ਰੇਨਾਂ ਭਰ ਭਰ ਕੇ ਆ ਰਹੀਆਂ, ਸਾਨੂੰ ਫੋਨ ਆ ਜਾਂਦੇ ਨੇ ਵੀ ਇੰਨੇ ਜਥੇ ਆ ਰਹੇ। ਅਤੇ ਜੇ ਆਪ ਸਾਰੇ ਆਏ ਹੋ ਤਾਂ ਕਾਹਦੇ ਲਈ ਆਏ ਹੋ? ਮੈਂ ਅੰਤਰਯਾਮੀ ਨਹੀਂ ਹਾਂ, ਪਰ ਇੰਨਾ ਮੈਨੂੰ ਪਤਾ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਲਈ ਆਏ ਹੋ ਸਾਰੇ। ਮਹਾਰਾਜ ਜੀ ਦਾ ਦਰਸ਼ਨ ਹੋ ਜਾਏ ਇਸ ਲਈ ਸਾਰੇ ਆਏ ਹੋ। ਅਰਦਾਸਾਂ ਬੇਨਤੀਆਂ ਬਾਅਦ 'ਚ, ਦਰਸ਼ਨ ਪਹਿਲੇ। ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ। ਦਰਸ਼ਨ ਦੇ ਪ੍ਰੇਮ ਵਿੱਚ ਸਭ ਦੇ ਹਿਰਦੇ
ਤੇ ਨੇਤਰ ਭਿੱਜੇ ਹੋਏ ਹਨ। ਸਵਾ ਜਾਮ ਜਾਮਨ ਰਹਿ ਜਬ ਹੀ, ਜਿਉਂ ਸਵਾ ਪਹਿਰ ਰਾਤ ਰਹਿ ਜਾਂਦੀ ਹੈ, ਭਾਵ 2 ਵੱਜਦੇ ਹਨ। ਸਭਿਨ ਸਨਾਨ ਕੀਓ ਉਠ ਤਬ ਹੀ, ਤੇ ਸਾਰੇ ਦੇ ਸਾਰੇ ਉੱਠ ਕੇ ਇਸ਼ਨਾਨ ਕਰ ਲੈਂਦੇ ਹਨ। ਮੋਹਰ ਬਿਲੋਕੈ ਸਤਿਗੁਰ ਤਾਈ, ਫਿਰ ਮਹਾਰਾਜ ਜੀ ਦਾ ਜਾ ਕੇ ਦਰਸ਼ਨ ਕਰਦੇ ਨੇ, ਗੁਰੂ ਨਾਨਕ ਦੇਵ ਜੀ ਦੇ ਚਰਨ ਪਰਸਦੇ ਨੇ। ਉਹ ਮਹਾਨ ਮੁਖੜਾ ਜਿਸ ਦੀ ਝਲਕ ਕੌਡਿਆਂ ਰਾਖਸ਼ਾਂ ਨੂੰ ਬਦਲ ਦਿੰਦੀ, ਕੜਾਏ ਠੰਡੇ ਹੋ ਜਾਂਦੇ ਨੇ, ਰੇਠੇ ਮਿਠਾਸ ਨਾਲ ਭਰ ਜਾਂਦੇ ਨੇ, ਪੱਥਰਾਂ ਵਿੱਚੋਂ ਸੋਮੇ ਵਗ ਪੈਂਦੇ ਨੇ, ਰਾਜਗੀਰ ਦੇ ਗੰਧਕੀ ਸੋਮਿਆਂ ਚੋਂ ਅੰਮ੍ਰਿਤ ਜਲ ਸਿਮਣ ਲੱਗ ਪੈਂਦਾ। ਐਸੇ ਗੁਰੂ ਨਾਨਕ ਦਾ ਦੀਦਾਰ ਕਰਦੇ ਹਨ। ਪਦ ਪੰਕਜ ਪਰ ਸੀਸ ਝੁਕਾਈ, ਸ੍ਰੀ ਚਰਨ ਕਮਲਾਂ ਤੇ ਸਿਰ ਝੁਕਾਉਂਦੇ ਨੇ, ਮੱਥਾ ਟੇਕਦੇ ਹਨ। ਕੀਰਤਨ ਸੁਣੈ ਏਕ ਮਨ ਹੋਈ, ਫਿਰ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਚੱਲਦਾ ਇੱਕ ਮਨ ਹੋ ਕੇ, ਕੋਈ ਆਵਾਜ਼ ਨਹੀਂ, ਕੋਈ ਸ਼ੋਰ ਨਹੀਂ। ਹੁਣ ਦੇਖ ਲਓ ਤੁਸੀਂ ਮਹਾਰਾਜ ਜੀ ਦੇ ਘਰ ਬੈਠੇ ਹੋ, ਕੋਈ ਸ਼ੋਰ ਹੈ, ਕੋਈ ਆਵਾਜ਼ ਹੈ, ਕੋਈ ਡਿਸਟਰਬੈਂਸ ਹੈ? ਕੋਈ ਨਹੀਂ। ਇਹ ਇੱਕ ਮਨ ਹੋ ਕੇ ਸੁਣਨ ਦੀ ਜੁਗਤ ਜਗਤ ਨੂੰ ਜਗਤ ਗੁਰੂ ਗੁਰੂ ਨਾਨਕ ਦੇਵ ਨੇ ਬਖਸ਼ੀ ਹੋਈ ਹੈ। ਹਿਰਦੇ ਵਿਕਾਰ ਨ ਵਿਆਪੇ ਕੋਈ, ਤੇ ਜਿਉਂ ਇੱਕ ਮਨ ਹੋ ਕੇ ਗੁਰੂ ਦੀ ਬਾਣੀ ਦਾ ਕੀਰਤਨ ਸੁਣ ਰਹੇ ਨੇ, ਕੋਈ ਵਿਕਾਰ ਮਨ 'ਚ ਨਹੀਂ ਆ ਰਿਹਾ। ਸੰਗਤ ਐਸਾ ਕਿਲਾ ਹੈ, ਵਿਕਾਰ ਰੂਪੀ ਚੋਰ ਇੱਥੇ ਨਹੀਂ ਵੜ ਸਕਦਾ। ਕੋਈ ਬੰਦਾ ਇੱਥੇ ਵਿਕਾਰੀ ਨਹੀਂ ਹੈ। ਅਸ਼ਟਮ ਦਿਵਸ ਪ੍ਰਕਾਸਿਓ ਭਾਨਾ, ਐਸੇ ਫਿਰ 8ਵੇਂ ਦਿਨ ਦਾ ਸੂਰਜ ਨਿਕਲਿਆ। ਭੋਜਨ ਭੇ ਤਿਆਰ ਬਿਦ ਨਾਨਾ, ਕਈ ਪ੍ਰਕਾਰ ਦੇ ਪਦਾਰਥ ਮਹਾਰਾਜ ਦੇ ਲੰਗਰ ਵਿੱਚ ਤਿਆਰ ਹੋਏ। ਧਰਮਸਾਲ ਤੇ ਉਠ ਸੁਖ ਰਾਸਾ, ਸੁੱਖਾਂ ਦਾ ਮੂਲ ਗੁਰੂ ਨਾਨਕ ਦੇਵ ਮਹਾਰਾਜ ਧਰਮਸ਼ਾਲਾ 'ਚੋਂ ਉੱਠੇ ਹਨ। ਗਏ ਸੁਲਖਣੀ ਕੇਰ ਆਵਾਸਾ, ਇਸ ਤਰ੍ਹਾਂ ਜਿੱਥੇ ਮਾਤ ਸੁਲੱਖਣੀ ਜੀ, ਇੱਕ ਵਾਰੀ ਆਖੋ ਧੰਨ ਮਾਤਾ ਸੁਲੱਖਣੀ ਜੀ। ਲੋਕੀ ਜੈ ਮਾਤਾ ਉਚਾਰਦੇ ਰਹਿੰਦੇ, ਜਪਦੇ ਰਹਿੰਦੇ ਨੇ, ਤੁਸੀਂ ਧੰਨ ਮਾਤਾ ਸੁਲੱਖਣੀ ਜੀ ਆਖ ਲਿਆ ਕਰੋ। ਉਹਨਾਂ ਦਾ ਨਾਂ ਵੀ ਸੁਲੱਖਣੀ ਹੈ, ਉਹਨਾਂ ਦਾ ਸੁਭਾਅ ਵੀ ਸੁਲੱਖਣਾ। ਲੰਬਾ ਸਮਾਂ ਗੁਰੂ ਨਾਨਕ ਵਾਪਸ ਘਰ ਨਹੀਂ ਆਏ। ਕੋਈ 12 ਸਾਲ ਦੀ ਪਹਿਲੀ ਉਦਾਸੀ ਹੈ, ਪੱਤਰ ਵੀ ਨਹੀਂ ਲਿਖਿਆ। ਗੁਰੂ ਨਾਨਕ ਦੇਵ ਜੀ ਦੀ ਅਸੀਮ ਕਿਰਪਾ ਤਾਂ ਹੈ ਹੀ ਹੈ, ਸਾਧ ਸੰਗਤ ਮਾਤਾ ਸੁਲੱਖਣੀ ਦਾ ਵੀ ਬੜਾ ਤਪ ਹੈ, ਬੜਾ ਜਪ ਹੈ, ਬੜੀ ਕਾਲਨਾ ਹੈ, ਬੜੀ ਤਪੱਸਿਆ ਤਤਿਕਸ਼ਾ ਹੈ। ਪਰ ਉਹਨਾਂ ਨੇ ਇੱਕ ਸ਼ਬਦ ਵੀ ਆਪਣੇ ਸਵਾਮੀ ਗੁਰੂ ਨਾਨਕ ਦੇਵ ਜੀ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਿਆ। ਇਹ ਗੁਰੂ ਕਾ ਬਾਗ ਹੈ ਸੁਲਤਾਨਪੁਰ, ਜਿਹੜਾ ਮਹਾਰਾਜ ਜੀ ਦਾ ਘਰ ਹੈ, ਸਾਡੇ ਮੱਕੇ ਦੀ ਤਰ੍ਹਾਂ ਹੈ, ਜਿੱਥੇ ਮਹਾਰਾਜ ਮਾਤਾ ਸੁਲੱਖਣੀ ਦਾ ਡੋਲਾ ਲੈ ਕੇ ਆਏ ਸਨ, ਜੋ ਗੁਰੂ ਨਾਨਕ ਦੇਵ ਦਾ ਘਰ ਸੀ ਸੁਲਤਾਨਪੁਰ ਵਿੱਚ। ਗੁਰੂ ਕਾ ਬਾਗ। 2 ਬੱਚੇ ਮਹਾਰਾਜ ਦਿਆਂ ਦਾ ਜਨਮ ਇੱਥੇ ਹੀ ਹੋਇਆ, ਬਾਬਾ ਸ੍ਰੀ ਚੰਦ ਜੀ ਮਹਾਰਾਜ ਤੇ ਬਾਬਾ ਸ੍ਰੀ ਚੰਦ ਜੀ, ਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਇੱਥੇ ਹੀ ਹੋਇਆ। ਬੇਰ ਸਾਹਿਬ ਆਪ ਅੰਮ੍ਰਿਤ ਵੇਲੇ ਜਾਪ ਕਰਦੇ ਸਨ। ਕੋਈ ਪੌਣੇ 15 ਸਾਲ ਗੁਰੂ ਨਾਨਕ ਨੇ ਇੱਥੇ ਨਿਵਾਸ ਕੀਤਾ, ਮੋਦੀ ਖਾਨਾ ਚਲਾਇਆ। ਮੌਲਵੀ ਨੂੰ ਦੱਸਿਆ ਵੀ ਖੁਦਾ ਨਾਲ ਅੰਦਰੋਂ ਜੁੜੀਦਾ ਹੁੰਦਾ, ਬਾਹਰੋਂ ਗੱਲਾਂ ਕਰਨ ਨਾਲ ਨਹੀਂ ਹੁੰਦਾ। ਤੂੰ ਨਮਾਜ਼ ਨਹੀਂ ਪੜ੍ਹੀ, ਸਾਹਮਣੇ ਕਹਿ ਦਿੱਤਾ। ਉੱਥੇ ਬਹੁਤ ਬਰਕਤਾਂ ਵਰਸੀਆਂ ਤੇ ਧੰਨ ਧੰਨ ਮਾਤਾ ਸੁਲੱਖਣੀ ਜੀ ਨੇ ਸਾਰੀ ਜ਼ਿੰਦਗੀ ਆਪਣੇ ਮਹਾਨ ਪਤੀ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਦੇ ਖਿਲਾਫ ਇੱਕ ਸ਼ਬਦ ਕੀ, ਇੱਕ ਅੱਖਰ ਵੀ ਨਹੀਂ ਬੋਲਿਆ। ਉਸ ਮਹਾਨ ਪਵਿੱਤਰ ਆਤਮਾ ਮਾਤ ਸੁਲੱਖਣੀ, ਸਾਡੇ ਮਾਤ ਸੁਲੱਖਣੀ ਜੀ, ਉਹਨਾਂ ਦੇ ਕੋਲ ਮਹਾਰਾਜ ਆਏ ਹਨ। ਬਿਦ ਸੋ ਲਗੇ ਕਰਾਵਨ ਸਰਾਧ, ਇਸ ਤਰ੍ਹਾਂ ਇਤਿਹਾਸਕਾਰਾਂ ਨੇ ਲਿਖਿਆ ਵੀ ਉਹਨਾਂ ਦਿਨਾਂ 'ਚ ਉਹਨਾਂ ਦੇ ਪਿਤਾ ਦੇ ਸਰਾਧ ਦੀ ਗੱਲ ਚੱਲੀ।
ਤੇ ਵਿਧੀ ਪੂਰਵਕ ਸ਼ਰਾਧ ਕਰਵਾਇਆ। ਥੋੜ੍ਹਾ ਜਿਹਾ ਇਹਨਾਂ ਸ਼ਬਦਾਂ ਦੇ ਅਰਥਾਂ ਨੂੰ ਤੇ ਭਾਵ ਨੂੰ ਸਮਝਣ ਦੀ ਲੋੜ ਹੈ। ਆਮ ਕਰਕੇ ਸ਼ਰਾਧ ਜਿਹੜਾ ਹੈ ਨਾ ਉਹ ਲੋਕੀ ਕਰਾਉਂਦੇ ਨੇ, ਫਿਰ ਪਿੱਛੇ ਪਤਲ ਸੱਧੋ ਕਾਵਾਂ ਆਦਿਕ ਨੂੰ ਪਾ ਕੇ ਤੇ ਖੁਸ਼ ਹੁੰਦੇ ਨੇ ਵੀ ਸਾਡੇ ਬਜ਼ੁਰਗਾਂ ਨੂੰ ਮਿਲ ਗਿਆ। ਇੱਥੇ ਕੋਈ ਕਾਵਾਂ ਨੂੰ ਖਵਾਉਣ ਦਾ ਜ਼ਿਕਰ ਨਹੀਂ ਹੈਗਾ। ਫਿਰ ਤੁਸੀਂ ਦੇਖੋ ਭਾਈ ਸਾਹਿਬ ਨੇ ਕਿਵੇਂ ਸਾਰੀ ਗੱਲ ਕੀਤੀ ਵੀ ਕਹਿ ਤਾਂ ਰਹੇ ਨੇ ਵੀ ਉਹਨਾਂ ਦਿਨਾਂ ਸ਼ਰਾਧ ਸੀ ਤੇ ਸ਼ਰਾਧ ਚੱਲ ਰਿਹਾ। ਸ਼ਾਇਦ ਲੋਕਾਂ ਨੇ ਸੋਚਿਆ ਹੋਵੇ ਅਸਲ ਵਿੱਚ ਇਹ ਕੋਈ ਸ਼ਰਾਧ ਵਗੈਰਾ ਨਹੀਂ, ਇਹ ਗੁਰੂ ਕਾ ਲੰਗਰ ਹੀ ਚੱਲ ਰਿਹਾ। ਬਹੁਤ ਸਾਰੇ ਸੱਜਣ ਕਹਿ ਸਕਦੇ ਨੇ ਕਿਉਂਕਿ ਸਾਡੇ ਤਾਂ ਸ਼ਰਾਧਾਂ ਵਿੱਚ ਵੀ ਲੰਗਰ ਚੱਲਦਾ ਹੀ ਹੈ, ਰੋਜ਼ ਲੰਗਰ ਚੱਲਦਾ। ਤੇ ਜੇ ਕੋਈ ਨਵਾਂ ਬੰਦਾ ਆਇਆ ਹੋਵੇ ਜਿਹੜਾ ਗੁਰਮਤਿ ਬਾਰੇ ਨਹੀਂ ਜਾਣਦਾ, ਉਹ ਕਹੇਗਾ ਵੀ ਸ਼ਾਇਦ ਇਹਨਾਂ ਦੇ ਬਜ਼ੁਰਗਾਂ ਦਾ ਸ਼ਰਾਧ ਖਵਾ ਰਹੇ ਨੇ। ਤੇ ਸ਼ਰਾਧ ਦਾ ਲਾਭ ਕੀ ਹੈਗਾ ਸਾਧ ਸੰਗਤ? ਬਜ਼ੁਰਗ ਮਰ ਗਏ, ਹੁਣ ਪਾਣੀ ਦੇ ਪਿਆਲੇ ਨੂੰ ਤੜਪ ਤੜਪ ਕੇ ਜੀਵਤ ਪਿੱਤਰ ਨਾ ਕਉ ਮਾਨੈ ਮੋਏ ਸ਼ਰਾਧ ਕਰਾਈ, ਪਿੱਤਰ ਵੀ ਬੱਪਰੇ ਕਉ ਕਿਉਂ ਪਾਵੇਂ ਕਵਾ ਕੁੱਕਰ ਖਾਈ। ਸ਼ਾਇਦ ਕੁਝ ਲੋਕਾਂ ਨੇ ਸਮਝਿਆ ਬਈ ਮਹਾਰਾਜ ਜੀ ਨੇ ਮਾਤਾ ਸੁਲੱਖਣੀ ਜੀ ਦੇ ਕਹਿਣ ਤੇ ਆਪਣੇ ਪਿਤਾ ਦਾ ਸ਼ਰਾਧ ਕਰਵਾਇਆ। ਸਾਧ ਸੰਗਤ, ਜੇ ਗੁਰੂ ਨਾਨਕ ਦਾ ਪਿਤਾ ਹੀ ਭੁੱਖਾ ਹੈ, ਉਹ ਹੀ ਮੁਕਤ ਨਹੀਂ ਹੋਏ, ਤੇ ਫਿਰ ਗੁਰੂ ਨਾਨਕ ਦੀ ਬਾਣੀ ਪੜ੍ਹ ਕੇ ਬਾਕੀ ਕਿੱਥੋਂ ਮੁਕਤ ਹੋ ਜਾਣਗੇ? ਨਹੀਂ, ਗੁਰੂ ਨਾਨਕ ਪਰਮਾਤਮਾ ਸਰੂਪ ਨੇ। ਉਹਨਾਂ ਦੇ ਮਾਤਾ ਧਨ ਨੇ, ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ। ਉਹ ਮੁਕਤ ਆਤਮਾਵਾਂ ਨੇ, ਉਹਨਾਂ ਦੀ ਅਨੰਤ ਜਨਮਾਂ ਦੀ ਬੰਦਗੀ ਹੈ, ਤਾਂ ਗੁਰੂ ਨਾਨਕ ਉਹਨਾਂ ਦੇ ਘਰ ਆਏ ਨੇ। ਇਹ ਭਾਈ ਸਾਹਿਬ ਨੇ ਨਾਲ ਆਪ ਇਹਦਾ ਸਾਰਾ ਖੁਲਾਸਾ ਵੀ ਕੀਤਾ। ਸਰਵਣ ਕਰੀਏ। ਭਜ ਹੈ ਸਾਧ ਜਿਹੇ ਪਰਮ ਅਗਾਧੂ। ਹੁਣ ਜੇ ਸ਼ਰਾਧ ਦੀ ਗੱਲ ਹੋਵੇ, ਫਿਰ ਪਰਮ ਅਗਾਧ ਜਿਹਦਾ ਆਦ ਅੰਤ ਨਹੀਂ ਪਾਇਆ ਜਾ ਸਕਦਾ, ਉਹਦੇ ਨਾਮ ਦਾ ਲੰਗਰ ਚੱਲ ਰਿਹਾ, ਪਦਾਰਥ ਦਾ ਲੰਗਰ ਵੀ ਚੱਲ ਰਿਹਾ। ਉਹ ਨਿਰੰਤਰ ਮਤਵਾਤਰ ਚੱਲਦਾ ਜਾ ਰਿਹਾ, ਹੁਣ ਤੱਕ ਚੱਲ ਰਿਹਾ, ਇਹ ਕਦੀ ਬੰਦ ਨਹੀਂ ਹੁੰਦਾ। ਇਹ ਕਰੋਨਾ ਵਿੱਚ ਤੁਸੀਂ ਦੇਖਿਆ ਬੜੇ ਬੜੇ ਚਰਚ ਬੰਦ ਹੋ ਗਏ, ਮੰਦਰ ਬੰਦ ਹੋ ਗਏ, ਮਸਜਿਦਾਂ ਬੰਦ ਹੋ ਗਈਆਂ, ਵੱਡੇ ਵੱਡੇ ਆਰਗੇਨਾਈਜੇਸ਼ਨ ਬੰਦ ਹੋ ਗਏ, NGO ਬੰਦ ਹੋ ਗਏ, ਸਰਕਾਰਾਂ ਨੇ ਬੂਹੇ ਬੰਦ ਕਰ ਲਏ। ਮੰਤਰੀ ਮੂੰਹ ਤੇ ਸਿੱਕੇ ਚਾੜ ਕੇ ਤੇ ਸਵਯੰ ਸੰਰੋਧਨ ਵਿੱਚ ਚਲੇ ਗਏ, ਕੁਆਰੰਟਾਈਨ ਵਿੱਚ ਚਲੇ ਗਏ, ਸਭ ਜਗ੍ਹਾ ਬੰਦ ਹੋ ਗਈਆਂ। ਮੈਂ ਤਾਂ ਇਹ ਵੀ ਪੜ੍ਹਿਆ ਵੀ ਇੱਕ ਸੱਕਾ ਭਰਾ ਬੰਬੇ ਤੋਂ ਚੱਲ ਕੇ ਸੈਂਕੜੇ ਮੀਲ ਸਫ਼ਰ ਕਰਕੇ ਉਹਨਾਂ ਦਿਨਾਂ 'ਚ ਨੰਗੇ ਪੈਰੀ ਜ਼ਖਮ ਪੈਰ ਹੋਏ ਤੇ ਆਪਣੇ ਘਰ ਆਇਆ। ਤੇ ਅੱਗੋਂ ਭਰਾ ਭਰਜਾਈ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਆਖਿਆ ਕੀ ਪਤਾ ਤੈਨੂੰ ਕਰੋਨਾ ਹੋਇਆ ਹੋਵੇ, ਜਿੱਥੋਂ ਆਇਆ ਉੱਥੇ ਹੀ ਜਾ। ਸਕਿਆਂ ਭਰਾਵਾਂ ਲਈ ਦਰਵਾਜ਼ੇ ਬੰਦ ਹੋ ਗਏ। ਇੱਕ ਆਲਮ ਦੇ ਦੋ ਬੋਲ ਨੇ, ਕਹਿੰਦਾ ਸੈਂਕੜੋਂ ਗਰਜ਼ਮੰਦ ਮਿਲਤੇ ਹੈ, काम के शख्स चंद मिलते हैं, जब भी मुसीबत का वक्त आता है सबके दरवाजे बंद मिलते हैं, कोई दरवाज़ा नहीं खुलिया। लुट मच गई करोना दे नाम ते, तड़पा दिते गए लोग करोना दे नाम ते, बड़ा कहर वरत्या करोना दे नाल, बड़े लोगों दियां मौतां हो गईयां, वड्डे वड्डे NGO संस्थावां बंद हो गईयां, एयरलाइनां बंद हो गईयां, ट्रेनां बंद हो गईयां, आउण जाण दे साधन बंद हो गए। अगर दुनिया ते कोई बंद नहीं होया तो गुरु नानक दा घर बंद नहीं होया, लंगर बंद नहीं होया। ये जिन्ना जकारा बुलाया मैनू लगता फौज च रहे हुए इहो जिहे जकारे फौजी बुलाउंदे। इन्हां दे जकारियां दी करामात है 65 विच ते 71 विच जकारे बुला बुला के जंगा जित लईआं। ते साध संगत गुरु का तो सारा खालसा ही फौजी है। प्रगट्यो खालसा परमात्म की मौज, ते जे खालसा अकाल पुरख की
फौज ते एक फौज वाला जयकारा सारे मिल के गजाओ। महाराज सच्चे पातशाह दा लंगर बंद नहीं होया। ए कश्मीर विच सैलाब आ गए सन, घर रुड़ गए सन, सरकारां ने हथ खड़े कर दिते बई हेल्पलैस असीं नहीं कुछ कर सकते, वी कैन नॉट डू एनीथिंग। दवाइयां नहीं रहियां, कपड़े नहीं रहे भी होण पर दिल होवे तो गल बने। उस वेले जद कोई अगे ना आया, मनुखता रोंदी हुई विलकदी हुई दिखाई पई, उस वेले तुसी अगे आए। दरबार साहब का प्रबंध अगे आया, श्री अमृतसर का श्रोमणी गुरुद्वारा प्रबंधक कमेटी अगे आई। उन्हें कहा कोई गल नहीं, जे कोई नहीं अगे आ रहा तो गुरु रामदास हैगे ने अगे आने वास्ते। उन्हें कहा बना तो लोगे, पहुँचाओगे किमें? टोकरियां सिर ते चुक के ले जाओगे? कश्मीर जाना, श्रीनगर जाना, होर शहरां जाना। तो श्रोमणी गुरुद्वारा प्रबंधक कमेटी ने कहा क्यों सिरां ते क्यों ले जावांगे, असी हैलीकॉप्टर किराए ते लवांगे। और उन्होंने दिनों च श्रोमणी गुरुद्वारा प्रबंधक कमेटी कौन है? तुसी हो सारे। सिखां दी संस्था है, खालसे दी संस्था है। सब सरकारां हाथ मोड़ गईयां, हाथ बन ले, हाथ रोक ले, पर तुसी आप रोज़ 2-2 लाख लोगों का लंगर तैयार होंदा रहा ते अपने हैलीकॉप्टर किराए ते करके वो लंगर जगह जगह पहुँचाता रहा, पहुँचता रहा। ते वो होर किसी ने नहीं किया, वो तुसी गुरु के खालसे ने किया। हाँ कोई होर होवे आखे भी साडे तो इस तरह श्राद्धां च हुंदा है, शायद महाराज श्राद्ध ही कर रहे, इस ख्याल नाल ये लिख दिता है जो लोगों की विचार सी। हाँ जी, प्रापत मुकत ले जिन नाम, भला भजै साध जे परम अगाधु, प्रापत मुकत ले जिन नामू। भाई साहब खुलासा करते सुन लेना, एवें श्राद्ध ना करन लग पैना। असी सुनते नहीं, समझते नहीं, तो डंके ते चोटां ला देने भी आ जा वेख लै, आ जा वेख लै। गल नूं समझ लईए पहले, जिन्हां दा नाम लैण नाल मुक्ति मिल जाती है। कौन ने? वो गुरु नानक देव महाराज, जिन्हां दा नाम लैण नाल दुख तो, पाप तो, जन्मां जन्मां दे बंधना तो मुक्ति मिल जाती है। ताहे श्राद्ध क्या कर बेकामू। भाई साहब लिखते ने जिन्हां दा नाम लैण नाल ही मुक्ति मिल जाती, उन्होंने श्राद्ध किसी का करन दी की लोड़ है? इत्थे असीं फिर यह भी जद कह दिता भी श्राद्ध करते पे ने अपने पिता का, तो फिर यह भी कह दिता भी गुरु नानक दा पिता मुक्त नहीं होया तां ही श्राद्ध करते पे ना, भुख लगी उत्थे तां रोटी देंदे पे। ऐसा नहीं, जिन्हां दा नाम लैण नाल मुक्ति मिल जाती है, जिन्हें उस मुक्ति दाते नूं जन्म दिता वो मुक्त नहीं होए होणगे। वो तो सदा ही मुक्त हन, वो तो आदि काल तो मुक्त हन, कई जन्मां तो मुक्त हन। बस खेला ने कौतक है। तति अपनर मर्यादा पारन, फिर भी मनुखी जामे विच वरतदे रहे हन। लीला करहि नरक निवारण, ये मनुखी लीला महाराज नरकां नूं दूर करन वाले साहिब कर रहे हन। उती श्राद्ध की विध जो सारी, इस तरह जो लंगर वरताउण दी विधि हैगी है, छकण दी भी विधि है। थाल भोजन दा आ जाए पहले अरदास कर, गुरु पातशाह नूं भोग लवाना, महाराज आप जी की रसनी लायक होवे। बनाउण दी भी मर्यादा है, इस तरह वरताउण दी भी है। अमृतधारी वरतावे होण, बनाउण वाले होण, ये मर्यादा। कड़ाह प्रसाद दी भी इस तरह ही। वो जिहड़ी विध है लंगर तैयार करन दी, भली प्रकार कीन अगहारी, वो सारे पापां दे नाश करन वाले सतगुरु जी दे घर
ਭਲੀ ਪ੍ਰਕਾਰ ਮਰਿਆਦਾ ਚੱਲਦੀ ਹੈ। ਉਠ ਪੁਨ ਗਮਨੇ ਦੇਗ ਸਥਾਨਾ, ਫਿਰ ਮਹਾਰਾਜ ਸੱਚੇ ਪਾਤਸ਼ਾਹ ਲੰਗਰ ਸਥਾਨ ਤੇ ਆਏ ਹਨ। ਸਰਬ ਬਿਲੋ ਕੇ ਭੋਜਨ ਨਾਨਾ, ਤੇ ਸਾਰੇ ਭੋਜਨ ਜੋ ਵਰਤਾਉਣ ਲਈ ਢੱਕੇ ਹੋਏ ਸਨ ਨਾ, ਸੋਹਣਾ ਰੁਮਾਲ ਪਾ ਕੇ, ਉਹ ਮਹਾਰਾਜ ਨੇ ਇੱਕ ਇੱਕ ਪੱਲਾ ਚੁੱਕ ਕੇ ਦੇਖਿਆ, ਬਈ ਆਹ ਚੀਜ਼ ਠੀਕ ਬਣੀ ਹੈ, ਆਹ ਚੀਜ਼ ਕੱਚੀ ਤਾਂ ਨਹੀਂ। ਇੱਕ ਇੱਕ ਪੱਲਾ ਚੁੱਕ ਕੇ ਗੁਰੂ ਨਾਨਕ ਦੇਵ ਜੀ ਨੇ ਦੇਖਿਆ। ਜਿਵੇਂ ਮਾਂ ਹੈ ਨਾ, ਉਹ ਭੋਜਨ ਬੱਚੇ ਨੂੰ ਦੇਣ ਲੱਗਿਆ, ਭਾਵੇਂ ਪਲੇਟ ਕਿੰਨੀ ਸਾਫ਼ ਹੋਏ ਫਿਰ ਵੀ ਨੈਪਕਿਨ ਲੈ ਕੇ ਉਹਨੂੰ ਇੱਕ ਵਾਰੀ ਸਾਫ਼ ਕਰ ਲੈਂਦੀ। ਫਿਰ ਦੇਖਦੀ ਹੈ ਵੀ ਸੜਿਆ ਪ੍ਰਸ਼ਾਦਾ ਤਾਂ ਨਹੀਂ, ਦਾਲ ਥੱਲੇ ਤਾਂ ਨਹੀਂ ਲੱਗ ਗਈ, ਸਭ ਕੁਝ ਪ੍ਰੋਪਰ ਹੈ, ਤੇ ਫਿਰ ਬੱਚੇ ਨੂੰ ਦਿੰਦੀ ਹੈ। ਤੇ ਅਸੀਂ ਸਾਰੇ ਕੌਣ ਆ? ਗੁਰੂ ਦੇ ਬੱਚੇ ਆ ਨਾ। ਤੋ ਮਾਤ ਪਿਤਾ ਹਮ ਬਾਰਕ ਤੇਰੇ। ਤੇ ਜੋ ਗੁਰੂ ਦੇ ਬੱਚਿਆਂ ਨੇ, ਸੰਗਤ ਨੇ ਲੰਗਰ ਛਕਣਾ, ਇੱਕ ਇੱਕ ਚੀਜ਼ ਮਹਾਰਾਜ ਨੇ ਭਲੀ ਬੇਦ ਨਾਨਾ ਪ੍ਰਕਾਰ ਦੇ ਬਣੇ ਪਦਾਰਥ ਦੇਖੇ ਹਨ। ਠੋਰ ਠੋਰ ਨਰ ਭੇਜ ਬੁਲਾਏ, ਇਸ ਤਰ੍ਹਾਂ ਹੋਰ ਵੀ ਵਰਤਾਉਣ ਵਾਲੇ ਸੱਜਣਾ ਨੂੰ ਭੇਜਿਆ, ਬੁਲਾਇਆ ਗਿਆ। ਜਗ੍ਹਾ ਜਗ੍ਹਾ ਤੋਂ ਸੰਗਤਾਂ ਵੀ ਆਈਆਂ ਹਨ। ਸੁਨ ਆਇਸ ਸਭ ਹੀ ਚਲ ਆਏ, ਮਹਾਰਾਜ ਜੀ ਦੀ ਆਗਿਆ ਸੁਣ ਕੇ ਸਾਰੇ ਆ ਗਏ ਹਨ। ਪੰਡਤ ਸੰਨਿਆਸੀ ਬੈਰਾਗੀ, ਸਾਰੇ ਪੰਡਤ ਸੰਨਿਆਸੀ ਬੈਰਾਗੀ, ਸਾਰੇ ਮੱਤਾਂ ਦੇ। ਅਸੀਂ ਜਦੋਂ ਕਹਿੰਦੇ ਆ ਨਾ ਵੀ ਗੁਰੂ ਨਾਨਕ ਸਿੱਖਾਂ ਦੇ ਗੁਰੂ ਨੇ, ਅਸੀਂ ਗੁਰੂ ਨਾਲ ਅਨਿਆਂ ਕਰਦੇ ਹਾਂ। ਗੁਰੂ ਤਾਂ ਸਾਰੇ ਜਗਤ ਦੇ ਨੇ। ਜਗਤ ਗੁਰੂ ਨਾਨਕ ਦੇਵ ਮਹਾਰਾਜ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਜਗਤ ਦੇ ਗੁਰੂ ਨੇ, ਕੇਵਲ ਪੰਜਾਬ ਦੇ ਨਹੀਂ, ਹਿੰਦੁਸਤਾਨ ਪਾਕਿਸਤਾਨ ਦੇ ਨਹੀਂ, ਸਾਰੇ ਜਗਤ ਦੇ ਗੁਰੂ ਨੇ ਗੁਰੂ ਨਾਨਕ ਦੇਵ ਮਹਾਰਾਜ। ਔਰ ਸਾਰੀਆਂ ਗੈਬੀ ਸ਼ਕਤੀਆਂ ਵੀ ਗੁਰੂ ਨਾਨਕ ਨੂੰ ਗੁਰੂ ਅੱਜ ਵੀ ਮੰਨ ਰਹੀਆਂ, ਅਸੀਂ ਭਾਵੇਂ ਨਾ ਮੰਨਦੇ ਹੋਈ। ਅਸੀਂ ਕਹਿ ਦੇਣਾ ਜੀ ਫਲਾਣਾ ਸਵਾਮੀ, ਫਲਾਣਾ ਜੋਤਸ਼ੀ, ਫਲਾਣੀ ਕਬਰ, ਅਸੀਂ ਭਾਵੇਂ ਉਧਰ ਨੂੰ ਭੱਜਦੇ ਹੋਈਏ, ਪਰ ਅਨੰਤ ਬ੍ਰਹਿਮੰਡ ਦੀਆਂ ਅਨੰਤ ਗੈਬੀ ਸ਼ਕਤੀਆਂ ਅੱਜ ਵੀ ਗੁਰੂ ਨਾਨਕ ਨੂੰ ਗੁਰੂ ਮੰਨ ਰਹੀਆਂ ਨੇ ਔਰ ਮੰਨਦੀਆਂ ਰਹਿਣਗੀਆਂ। ਸਾਰੇ ਸੰਨਿਆਸੀ, ਪੰਡਤ, ਬੈਰਾਗੀ, ਸਾਰੇ ਮਹਾਰਾਜ ਨੂੰ ਮੰਨਣ ਵਾਲੇ। ਜੋਗੇ ਪੁਨ ਆਏ ਬੜ ਭਾਗੀ, ਗੁਰੂ ਨਾਲ ਜੁੜੇ ਹੋਏ ਜੋਗੀ ਵੱਡਿਆਂ ਭਾਗਾਂ ਵਾਲੇ ਉਹ ਵੀ ਪਹੁੰਚੇ ਹਨ। ਅਵਰ ਭੇਖ ਕੇ ਤਖਤ ਹੈ ਆਏ, ਹੋਰ ਵੀ ਕਈ ਭੇਖਾਂ ਦੇ, ਕਈ ਮਤਾਂ ਮਤਾਂਤਰਾਂ ਦੇ ਲੋਕ ਆਏ ਹਨ। ਸਭ ਗੁਰ ਪਾਤ ਹੈ ਪਾਤ ਬਸਾਏ, ਸਾਰੇ ਮਹਾਰਾਜ ਜੀ ਨੇ ਲੰਗਰਾਂ ਵਿੱਚ, ਪੰਗਤਾਂ ਵਿੱਚ ਬਿਠਾ ਦਿੱਤੇ। ਹੁਣ ਸਰਾਧ ਹੁੰਦਾ ਹੈ ਨਾ, ਸਿਰਫ ਬ੍ਰਾਹਮਣ ਬੈਠਦਾ, ਬਾਕੀ ਸ਼ੂਦਰ ਨਹੀਂ ਬੈਠ ਸਕਦਾ ਨਾਲ। ਪਰ ਇੱਥੇ ਲਿਖਿਆ ਸਾਰੇ ਨਾਲ ਨਾਲ ਬਿਠਾਏ ਨੇ। ਤੇ ਗੁਰੂ ਕਾ ਲੰਗਰ ਹੋਇਆ, ਫਿਰ ਸਰਾਧ ਤੇ ਨਾ ਹੋਇਆ। ਧਿਆਨ ਨਾਲ ਸੁਣਨਾ। ਚਾਰ ਵਰਣ ਹਿੰਦੂ ਤੇ ਥਾਈ, ਸਾਰੇ ਵਰਣ ਵੀ ਆਏ ਹਨ। ਭਿੰਨ ਭਿੰਨ ਸਭ ਦੀਨ ਬਿਠਾਈ, ਵੱਖ ਵੱਖ ਪੰਗਤਾਂ ਵਿੱਚ, ਵੱਖ ਵੱਖ ਵਰਣ ਵੰਡ ਵਿੱਚ ਨਹੀਂ, ਕਿਉਂਕਿ ਕਈ ਪੰਗਤਾਂ ਲੱਗ ਜਾਂਦੀਆਂ ਨੇ, ਕਈ ਪੰਗਤੀਆਂ ਲੰਗਰ 'ਚ ਲੱਗਦੀਆਂ, ਉਹ ਵਰਣ ਵੰਡ ਨਹੀਂ ਹੈ। ਪਰ ਜੇ ਕੋਈ ਵਰਣ ਵੰਡੀ ਮੱਤ ਵਾਲਾ ਆ ਕੇ ਦੇਖੇ ਤੇ ਉਹ ਕਲਪਨਾ ਕਰ ਲਏਗਾ ਵੀ ਚਾਰ ਪੰਗਤੀਆਂ ਲੱਗੀਆਂ ਹੋਈਆਂ ਲਾਈਨਾਂ 'ਚ, ਚਾਰ ਜਗ੍ਹਾ ਲਾਈਨਾਂ ਲੱਗੀਆਂ ਨੇ, ਇੱਕ ਬ੍ਰਾਹਮਣਾਂ ਦੀ ਹੈ, ਬ੍ਰਾਹਮਣ ਸਿੱਖ ਨੇ, ਕੁਝ ਵੈਸ਼ ਨੇ, ਕੁਝ ਸ਼ੂਦਰ ਨੇ, ਕੁਝ ਇਸ ਤਰ੍ਹਾਂ ਦੇ ਨਾਲ ਛਤਰੀ। ਇਹ ਚਾਰ ਵਰਣਾਂ ਦੀਆਂ ਪੰਗਤਾਂ ਨਹੀਂ, ਸਭ ਮਿਲ ਕੇ ਗੁਰੂ ਦੀ ਸੰਗਤ ਪੰਗਤ ਸਭ ਲਈ ਇੱਕੋ ਜਿਹੀ ਹੈ। ਮਿਲੇ ਬਹੁਤ ਸਿੱਖ ਸੇਵਕ ਬ੍ਰਿੰਦਾ, ਬਹੁਤ ਸਾਰੇ ਸਿੱਖ ਸੇਵਕ ਮਹਾਰਾਜ ਜੀ ਦੇ ਦਰਸ਼ਨ ਲਈ ਆਏ ਹਨ। ਪਾਤ ਬਸਾਈ ਸ੍ਰੀ ਸੁਖ ਕੰਦਾ, ਸੁਖ ਦੇ ਮੂਲ ਗੁਰੂ ਨਾਨਕ ਦੇਵ ਜੀ ਨੇ ਸਭ ਸੰਗਤਾਂ ਨੂੰ ਪੰਗਤਾਂ ਵਿੱਚ ਬਿਠਾ ਦਿੱਤਾ। ਆਇਸ ਦੀਨ ਅਰਾਲਕ ਤਾਈ, ਵਰਤਾਵਿਆਂ ਲਈ ਮਹਾਰਾਜ ਨੇ ਆਗਿਆ ਦਿੱਤੀ ਹੈ। ਪ੍ਰਥਮੇ ਸਤਨਾਮ ਮੁਖ ਗਾਈ, ਆਖਿਆ ਸਭ ਤੋਂ ਪਹਿਲਾਂ ਸਾਰੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ। ਤੁਸੀਂ ਇਹ ਦੱਸੋ ਵੀ ਜਿੱਥੇ ਸਰਾਧ ਹੁੰਦਾ ਉੱਥੇ ਜਪਿਆ ਜਾਂਦਾ? ਹਾਂ, ਜਿੱਥੇ ਲੰਗਰ ਚੱਲਦਾ ਉੱਥੇ ਜਪਿਆ ਜਾਂਦਾ। ਬਰਤਨ ਵਰਤਾਏ ਜਾ ਰਹੇ, ਨਾਲ ਸਤਿਨਾਮ ਵਾਹਿਗੁਰੂ ਜਪਿਆ ਜਾ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਨੇ ਵਰਤਾਵਿਆਂ ਨੂੰ ਕਿਹਾ ਬਈ ਪਹਿਲਾਂ ਸਤਿਨਾਮ ਵਾਹਿਗੁਰੂ, ਪ੍ਰਥਮੇ ਸਤਿਨਾਮ ਮੁਖ ਗਾਈ, ਸਾਰੇ ਜਪੋ ਤੇ ਜਪਾਓ। ਸਭ ਕੋ ਦੇਹੋ ਆਹਾਰ ਵਰਤਾਈ, ਫਿਰ ਸਾਰਿਆਂ ਨੂੰ ਭੋਜਨ ਵਰਤਾ ਦੇਵੋ। ਜੇ ਕੋ ਚਾਹੈ ਸੋ ਦੇਹੋ ਪਹੁੰਚਾਈ, ਜਿਹਨੂੰ ਜੋ ਚਾਹੀਦਾ ਹੈ, ਜਿਹਨੂੰ ਦਹੀਂ ਚਾਹੀਦਾ ਹੈ, ਦਾਲ ਚਾਹੀਦੀ ਹੈ, ਚਾਵਲ ਚਾਹੀਦੇ ਨੇ, ਮਿੱਠੇ ਚਾਵਲ ਚਾਹੀਦੇ ਨੇ, ਹੋਰ ਜੋ ਕੁਝ ਜਿਹਨੂੰ ਚਾਹੀਦਾ, ਜੋ ਜਿਹਦੀ ਰੁਚੀ ਹੈ ਉਹਨੂੰ ਵਰਤਾ ਦੇਵੋ। ਉੱਚੇ ਥਲ ਪਰ ਬੈਠੇ ਸੁਆਮੀ, ਤੇ ਉੱਚੇ ਥਾਂ ਮਹਾਰਾਜ ਆਪ ਬੈਠੇ ਹਨ। ਸਭਨ ਬਿਲੋਕਤ ਅੰਤਰ ਜਾਮੀ, ਸਭ ਦੇ ਹਿਰਦੇ ਦੀ ਜਾਣਨ ਵਾਲੇ, ਸਭ ਨੂੰ ਦੇਖ ਰਹੇ ਹਨ। ਰੋਸਨ ਲਗੇ ਆਹਾਰ ਕਨੇਰਾ, ਇਸ ਤਰ੍ਹਾਂ ਬਹੁਤ ਸਾਰੀਆਂ ਅਣਗਿਣਤ ਸੰਗਤਾਂ ਨੂੰ ਅਣਗਿਣਤ ਪਦਾਰਥ ਪਰੋਸੇ ਗਏ ਹਨ। ਬਹੁਤ ਰਸੋਈਏ ਹਵੈ ਬਿਨ ਦੇਰਾ, ਬਹੁਤ ਸਾਰੇ ਵਰਤਾਵਿਆਂ ਨੇ ਝਟਪਟ ਹੀ ਵਰਤਾਇਆ ਹੈ। ਇੱਕ ਬਾਰ ਦੇ ਆਵ ਹੈ ਤੇ ਜਾਹੀ, ਇੰਨਾ ਰਜਵਾਂ ਦੇ ਰਹੇ ਨੇ ਵੀ ਜਿਹਨੂੰ ਇੱਕ ਵਾਰੀ ਦੇ ਦਿੰਦੇ ਹਨ ਫਿਰ ਬੋਹਰ ਨ ਜਾਚਨ ਕੀ ਰਹਿ ਚਾਹੀ, ਉਹ ਇੰਨਾ ਰਜਵਾਂ ਉਹਨੂੰ ਮਿਲਦਾ, ਦੁਬਾਰੇ ਮੰਗਣ ਦੀ ਲੋੜ ਨਹੀਂ ਪੈਂਦੀ। ਇਸ ਤਰ੍ਹਾਂ ਲੰਗਰ ਵਰਤ ਰਿਹਾ ਹੈ। ਜਹ ਮਾਨਵ ਕੀ ਗਿਣਤੀ ਨਾਹੀ, ਬੰਦਿਆਂ ਦੀ ਕੋਈ ਗਿਣਤੀ ਨਹੀਂ, ਕਿਤਨੇ ਪਹੁੰਚੇ ਹੋਏ ਹਨ। ਸਭਨ ਦੀਨ ਕੋ ਛੂਛ ਨ ਆਹੀ, ਤੇ ਸਾਰਿਆਂ ਨੂੰ ਭੋਜਨ ਦਿੱਤਾ ਗਿਆ, ਖਾਲੀ ਕੋਈ ਨਹੀਂ ਰਿਹਾ। ਅੱਜ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ 482ਵਾਂ ਗੁਰਤਾ ਗੱਦੀ ਬਿਰਾਜਣ ਦਾ ਦਿਵਸ ਵੀ ਹੈਗਾ ਹੈ। ਕੋਟਾਨ ਕੋਟ ਮੁਬਾਰਕਾਂ ਹਨ ਸਾਰੇ ਸੰਸਾਰ ਨੂੰ। ਇਹ ਧਾਰਮਿਕ ਜਗਤ ਵਿੱਚ ਪਹਿਲਾ ਕ੍ਰਿਸ਼ਮਾ ਹੋਇਆ। ਆ ਖੂਨ ਇੱਕ ਦੂਜੇ ਦਾ, ਮੈਡੀਕਲ ਸਾਇੰਸ ਇੱਕ ਦੂਜੇ ਨੂੰ ਚੜਾ ਦਿੰਦੀ, ਅੱਖਾਂ ਬਦਲੀਆਂ ਜਾਂਦੀਆਂ, ਸਕਿਨ, ਬੋਨ ਮੈਰੋ ਔਰ ਇਸ ਤਰ੍ਹਾਂ ਹੋਰ ਅੰਗ ਵੀ ਲੱਗ ਜਾਂਦੇ ਨੇ। ਕਦੇ ਨੇ ਹਾਰਟ ਵੀ ਟਰਾਂਸਪਲਾਂਟ ਸੁਣਨ ਵਿੱਚ ਆਇਆ ਵੀ ਹੁੰਦਾ ਹੈ, ਸ਼ਾਇਦ ਬ੍ਰੇਨ ਵੀ ਸਫਲ ਹੋ ਜਾਏ। ਪਰ ਅੱਜ ਤੱਕ ਗੁਰੂ ਨਾਨਕ ਤੋਂ ਪਹਿਲਾਂ ਤੇ ਉਹਨਾਂ ਤੋਂ ਬਾਅਦ ਵੀ ਕੋਈ ਇਸ ਗੱਲ ਵਿੱਚ ਸਫਲ ਨਹੀਂ ਹੋਇਆ ਕਿ ਇੱਕ ਸਰੀਰ 'ਚੋਂ ਆਤਮਾ ਨਿਕਲ ਕੇ ਦੂਜੇ ਸਰੀਰ ਵਿੱਚ ਟਰਾਂਸਪਲਾਂਟ ਹੋ ਜਾਏ, ਦੂਜੇ ਸਰੀਰ ਵਿੱਚ ਪ੍ਰਵੇਸ਼ ਕਰ ਜਾਏ। ਇਹ ਪਹਿਲਾ ਕ੍ਰਿਸ਼ਮਾ ਹੈ ਸੰਸਾਰ ਦਾ, ਧਾਰਮਿਕ ਜਗਤ ਦਾ ਮੁਅਜਜ਼ਾ ਹੈ। ਜਨ ਦੀਪਕ ਤੇ ਦੀਪ ਜਗਾਇਓ, ਤੇ ਸਰੀਰ, ਨਿਰੀ ਆਤਮਾ ਹੀ ਲੀਨ ਨਹੀਂ ਹੋਈ, ਸਰੀਰ ਵੀ ਲੀਨ ਹੋ ਗਿਆ। ਕਿਉਂਕਿ ਫਿਰ ਸਰੀਰ ਮਹਾਰਾਜ ਦਾ ਮਿਲਿਆ ਨਹੀਂ। ਕਹਿੰਦੇ ਨੇ ਗੁਪਤ ਹੋ ਗਿਆ, ਗੁਪਤ ਹੋ ਗਿਆ। ਗੁਪਤ ਕਿੱਥੇ ਹੋ ਗਿਆ? ਭਾਈ ਲਹਿਣਾ ਜੀ ਦੇ ਸਰੀਰ ਵਿੱਚ ਸਰੀਰ ਵੀ ਲੀਨ ਹੋ ਗਿਆ, ਤੇ ਅੱਜ ਵੀ ਉਹ ਮੌਜੂਦ ਹੈ, ਪਰ ਹੁਣ ਸਰੀਰ ਬਦਲਿਆ ਹੋਇਆ ਹੈ। ਹੁਣ ਉਸ ਸਰੀਰ ਦਾ ਨਾਮ ਕਹਿ ਲਓ ਜਾਂ ਉਸ ਆਕਾਰ ਦਾ ਨਾਮ ਕਹਿ ਲਓ, ਉਹ ਹੁਣ ਜੋਤ ਰੂਪ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ 'ਚ ਬਿਰਾਜਮਾਨ ਨੇ, ਸਾਹਮਣੇ ਬੈਠੇ ਨੇ, ਦਰਸ਼ਨ ਕਰ ਸਕਦੇ ਹੋ। ਕੁਛ ਵੀ ਨਹੀਂ ਬਦਲਿਆ। ਜੋਤ ਓਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟ। ਅੱਜ ਦੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੁਰਤਾ ਗੱਦੀ ਬਿਰਾਜਣ ਦੀਆਂ ਵੀ ਸਾਰੇ ਜਗਤ ਨੂੰ ਬਹੁਤ ਬਹੁਤ ਮੁਬਾਰਕਾਂ। ਹੁਣ ਇਸ ਵੇਲੇ ਇੰਨੇ ਹੀ ਬਚਨ ਪ੍ਰਵਾਨ ਕਰਨਾ। ਹੁਣ ਇਸ ਤੋਂ ਬਾਅਦ ਗੁਰਦੁਆਰਾ ਬਾਲ ਲੀਲਾ ਸਾਹਿਬ ਵਿਖੇ ਦੀਵਾਨ ਚੱਲ ਰਹੇ ਨੇ, ਤੇ ਉਹ ਮੈਨੇਜਰ ਸਾਹਿਬ ਭਾਈ ਰਾਜਨ ਸਿੰਘ ਜੀ ਮੈਨੂੰ ਦਿਖ ਗਏ ਨੇ, ਲੈਣ ਵਾਸਤੇ ਆ ਗਏ ਨੇ। ਉੱਥੇ ਥੋੜ੍ਹਾ ਜਿਹਾ ਸਮਾਂ ਜਾ ਕੇ ਹਾਜ਼ਰੀ ਮਾਤਰ ਹਾਜ਼ਰੀ ਲਵਾਉਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਮਿਹਰਾਂ ਕਰ ਦੇਣ। ਸਮਾਪਤੀ ਤੋਂ ਬਾਅਦ ਨਾਲ ਹੀ ਜਿਹੜਾ ਹੈ ਉਹ ਸ਼ਬਦ ਚੌਂਕੀ ਪ੍ਰਾਰੰਭ ਹੋ ਜਾਂਦੀ। ਸਾਰੇ ਉਸ ਵਿੱਚ ਵੀ ਆਪਣਾ ਸਮੂਲੀਅਤ ਲੈ ਲਿਆ ਕਰੋ, ਆਪਣਾ ਹਿੱਸਾ ਲੈ ਲਿਆ ਕਰੋ। ਮਹਾਰਾਜ ਜੀ ਦੇ ਹਰਿਮੰਦਰ ਦੀਆਂ ਪ੍ਰਕਾਰਵਾਂ ਹੁੰਦੀਆਂ, 15-20 ਮਿੰਟ ਦਾ ਸਾਰਾ ਪ੍ਰੋਸੈਸ ਹੈ। ਸਾਰੀ ਹਾਜ਼ਰੀ ਭਰ ਕੇ ਜਾਇਆ ਕਰੋ। ਚਲੋ ਕਿਸੇ ਦੀ ਟ੍ਰੇਨ ਹੈ ਜਾਂ ਕਿਸੇ ਜਾਣਾ, ਉਹ ਇੱਕ ਗੱਲ ਵੱਖਰੀ, ਪਰ ਲੱਗਦੇ ਚਾਰੇ ਸ਼ਬਦ ਚੌਂਕੀ ਵਿੱਚ ਜ਼ਰੂਰ ਹਾਜ਼ਰੀਆਂ ਭਰਿਆ ਕਰੋ। ਮਹਾਰਾਜ ਦੇ ਘਰ ਆਏ ਹੋ, ਸਾਰੇ ਕੰਮ ਛੱਡ ਕੇ ਫੋਨ ਬੰਦ ਕਰਕੇ ਆਇਆ ਕਰੋ, ਕਿਉਂਕਿ ਜੇ ਘਰ ਛੱਡ ਕੇ ਆਏ ਫੋਨ ਨੂੰ ਵੀ ਛੱਡੋ। ਜੇ ਕਿਸੇ ਕਰਨਾ ਹੋਏਗਾ ਬਾਅਦ 'ਚ ਕਰ ਲਏਗਾ, ਤੁਸੀਂ ਵੀ ਕਰ ਲਿਓ,
ਪਰ ਇਹ ਜ਼ਿਆਦਾ ਸਮਾਂ ਗੁਰੂ ਸ਼ਬਦ ਨੂੰ ਸਮਰਪਿਤ ਹੋ ਕੇ ਮਹਾਰਾਜ ਜੀ ਦੇ ਪਾਵਨ ਅਜ਼ੀਮੁਲ ਸ਼ਾਨ ਤਖਤ ਗੁਰੂ ਸਾਹਿਬ ਜੀ ਦੇ ਘਰ ਦੀਆਂ ਹਾਜ਼ਰੀਆਂ ਭਰੋ। ਬਾਰੰਬਾਰ ਸਭ ਦਾ ਹਾਰਦਿਕ ਤੌਰ ਤੇ ਧੰਨਵਾਦ, ਭੁੱਲ ਚੁੱਕ ਦੀ ਖਿਮਾ। ਆਓ ਸਾਰੇ ਮਿਲ ਕੇ 2 ਮਿੰਟ ਮਹਾਮੰਤਰ ਗੁਰਮੰਤਰ ਦੇ ਜਾਪ ਕਰੀਏ ਤੇ ਫਿਰ ਅਰਦਾਸ ਤੇ ਖਿਮਾ ਪ੍ਰਾਰਥੀ ਹੋਵਾਂਗੇ। ਕੋਈ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ ਵਾਹਿਗੁਰੂ ਸਾਰੇ ਜਪੋ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।